ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਕ ਨਿਹਿਆ ਜਿਨ੍ਹਾਂ ਨਾ ਵਿਸਰੈ ਨਾਮ, ਸੇਕ ਨਿਹਿਆ ਭੇਦ ਨਾ ਜਾਣੋ ਮੂਲ, ਸਾਈਂ ਜਿਹਿਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਸਾ ਰਾਗ ਵਿੱਚ ਪਾਵਨ ਬਚਨ ਕਰਦੇ ਹਨ ਕਿ ਉਹ ਗੁਰੂ ਪਿਆਰੇ ਕਿਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸਾਈਂ ਦੀ, ਉਸ ਮਾਲਕ ਦੀ ਯਾਦ ਨਹੀਂ ਭੁੱਲਦੀ। ਪ੍ਰਭੂ ਦਾ ਨਾਮ, ਸਾਈਂ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਵਸਿਆ ਹੁੰਦਾ ਹੈ। ਉਹਨਾਂ ਨੂੰ ਰੰਜਕ ਮਾਤਰ ਵੀ ਉਸ ਪ੍ਰਭੂ ਪਰਮਾਤਮਾ ਦਾ ਨਾਮ ਵਿਸਰਦਾ ਨਹੀਂ, ਭੁੱਲਦਾ ਨਹੀਂ। ਜਿਨ੍ਹਾਂ ਨਾ ਵਿਸਰੈ ਨਾਮ, ਸੇਕ ਨਿਹਿਆ। ਫਿਰ ਅਗਲੀ ਪੰਕਤੀ ਵਿੱਚ ਸਾਹਿਬ ਪਾਤਸ਼ਾਹ ਜਵਾਬ ਦਿੰਦੇ ਹਨ ਕਿ ਭੇਦ ਨਾ ਜਾਣੋ ਮੂਲ, ਸਾਈਂ ਜਿਹਿਆ। ਉਹਨਾਂ ਵਿੱਚ ਤੇ ਸਾਈਂ ਭਾਵ ਮਾਲਕ ਵਿੱਚ, ਪਰਮੇਸ਼ਰ ਵਿੱਚ ਭੋਰਾ ਜਿੰਨਾ ਵੀ ਫਰਕ ਨਹੀਂ, ਭੋਰਾ ਜਿੰਨਾ ਵੀ ਭੇਦ ਉਹਨਾਂ ਆਤਮਾਵਾਂ ਵਿੱਚ ਅਤੇ ਉਸ ਸਾਈਂ ਅਕਾਲ ਪੁਰਖ ਵਾਹਿਗੁਰੂ ਵਿੱਚ ਨਹੀਂ ਹੈ। ਉਹ ਅਤੇ ਸਾਈਂ ਇੱਕ ਹੀ ਹੈ। ਅਜਿਹੀਆਂ ਆਤਮ ਵਿਗਾਸ ਵਿੱਚ ਰੰਗ ਰਤੜੀਆਂ ਪ੍ਰਭੂ ਦਰ ਪ੍ਰਵਾਨ ਚੜ੍ਹ ਕੇ ਜੀਉ ਨਿਰਮਲ, ਬਾਹਰੋਂ ਨਿਰਮਲ ਹੋ ਕੇ ਸੰਸਾਰ ਨੂੰ ਜੀ ਦਾਨ ਦੇ ਭਗਤੀ ਲਾਇਣ ਦੀ ਕਾਰ ਕਰਨ ਵਾਲੀਆਂ ਗੁਰਮੁਖ ਆਤਮਾਵਾਂ ਵਿੱਚੋਂ ਬ੍ਰਹਮ ਗਿਆਨੀ, ਤਤ ਬੇਦੇ, ਬਚਨ ਕੇ ਬਲੀ ਸਾਈਂ ਵਿੱਚ ਅਭੇਦ ਗੁਰਮੁਖ ਪਿਆਰੇ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਹੋਏ ਹਨ, ਜਿਨ੍ਹਾਂ ਨੇ ਨਾਮ ਜਪ ਦੁਆਰਾ ਆਤਮ ਵਿਗਾਸ ਦੀ ਅਵਸਥਾ ਪ੍ਰਾਪਤ ਕਰਕੇ ਜਿੱਥੇ ਉਸ ਪ੍ਰਭੂ ਨੂੰ ਆਪ ਜਪਿਆ, ਉਸ ਸਾਈਂ ਦੀ ਯਾਦ ਹਿਰਦੇ ਵਿੱਚ ਸਦੀਵ ਕਾਲ ਵਾਸਤੇ ਵਸਾਈ ਅਤੇ ਲੋਕਾਈ ਨੂੰ ਉਸ ਪਿਆਰੇ ਪ੍ਰਭੂ ਜੀ ਦਾ ਨਾਮ ਜਪਾ ਕੇ ਬੇਅੰਤ ਪ੍ਰਾਣੀਆਂ ਦੇ ਜੀਵਨ ਉਧਾਰ ਦਾ ਕਾਰਨ ਬਣੇ। ਉਹ ਗੁਰਮੁਖ ਪਿਆਰੇ ਰੰਗ ਰਤੜੇ ਮਹਾਂਪੁਰਖ ਕਿਹੋ ਜਿਹੇ ਸਨ। ਸੇਕ ਨਿਹਿਆ ਪੁਸਤਕ ਦੇ ਰੂਪ ਵਿੱਚ ਉਹਨਾਂ ਦੀ ਜੀਵਨ ਗਾਥਾ, ਉਹਨਾਂ ਦਾ ਵਿਗਾਸਮਈ ਜੀਵਨ ਚਿਤਰਣ ਸਤਿਕਾਰਯੋਗ ਮਹਾਂਪੁਰਖਾਂ ਦੇ ਉੱਤਰਾ ਅਧਿਕਾਰੀ ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਪੁਸਤਕ ਰੂਪ ਵਿੱਚ ਕਰਕੇ, ਲੇਖਣੀ ਰੂਪ ਵਿੱਚ ਕਰਕੇ ਸੰਗਤਾਂ ਦੇ ਸਨਮੁਖ 1991 ਵਿੱਚ ਭੇਟ ਕੀਤਾ। ਸੇਕ ਨਿਹਿਆ ਗ੍ਰੰਥ ਨੂੰ ਪੜ੍ਹ ਕੇ ਬੇਅੰਤ ਸੰਗਤਾਂ ਨੇ ਮਹਾਂਪੁਰਖਾਂ ਦੇ ਅੰਮ੍ਰਿਤਮਈ ਜੀਵਨ ਵਿੱਚੋਂ ਘੁੱਟ ਭਰੇ ਅਤੇ ਆਪਣੇ ਜੀਵਨ ਨੂੰ ਆਨੰਦਮਈ ਕੀਤਾ। ਨਾਲ ਹੀ ਬੇਅੰਤ ਗੁਰੂ ਪਿਆਰਿਆਂ ਨੇ ਸੇਕ ਨਿਹਿਆ ਪੁਸਤਕ ਰਾਹੀਂ ਮਹਾਂਪੁਰਖਾਂ ਦੇ ਚੰਦਨ ਰੂਪੀ ਜੀਵਨ ਵਿੱਚੋਂ ਸੁਗੰਧੀ ਲੈ ਕੇ ਗੁਰੂ ਸ਼ਰਨ ਨੂੰ ਗ੍ਰਹਿਣ ਕਰਦਿਆਂ ਆਪਣੇ ਜੀਵਨ ਨੂੰ ਗੁਰੂ ਪ੍ਰੇਮ ਦੀ ਸੁਗੰਧੀ ਨਾਲ ਲਬਰੇਜ਼ ਕੀਤਾ। ਸੰਗਤਾਂ ਨੇ ਕਿੰਨਾ ਕੁ ਪਿਆਰ ਪਿਆਰੇ ਮਹਾਂਪੁਰਖਾਂ ਦੀ ਇਸ ਜੀਵਨ ਗਾਥਾ ਸੇਕ ਨਿਹਿਆ ਨੂੰ ਦਿੱਤਾ, ਇਸ ਦਾ ਅੰਦਾਜ਼ਾ ਇਸ ਤੋਂ ਲਗਾ ਸਕਦੇ ਹੋ ਕਿ 30,000 ਦੀ ਗਿਣਤੀ ਵਿੱਚ ਇਹ ਪੁਸਤਕ ਅਗਸਤ 2007 ਤੱਕ ਛਪ ਕੇ ਪੰਜਾਬੀ ਵਿੱਚ ਸੰਗਤਾਂ ਦੇ ਹੱਥਾਂ ਵਿੱਚ ਪੁੱਜੀ। ਇਸ ਤੋਂ ਇਲਾਵਾ 9,000 ਦੀ ਗਿਣਤੀ ਵਿੱਚ ਇਸ ਦਾ ਉਲੱਥਾ ਅੰਗਰੇਜ਼ੀ ਵਿੱਚ ਕਰਕੇ ਸੰਗਤਾਂ ਸਾਹਮਣੇ ਭੇਟ ਕੀਤਾ ਗਿਆ ਅਤੇ 6,000 ਦੀ ਗਿਣਤੀ ਵਿੱਚ ਹਿੰਦੀ ਵਿੱਚ ਇਹ ਪੁਸਤਕ ਸੰਗਤਾਂ ਦੀ ਸੇਵਾ ਵਿੱਚ ਆਈ। ਸੋ ਸਮੂਹ ਸੰਗਤਾਂ ਨੇ ਇਸ ਗ੍ਰੰਥ ਸੇਕ ਨਿਹਿਆ ਨੂੰ ਬਹੁਤ ਹੀ ਜ਼ਿਆਦਾ ਸਲਾਹਿਆ ਅਤੇ ਇਸ ਗ੍ਰੰਥ ਵਿੱਚੋਂ ਮਹਾਂਪੁਰਸ਼ਾਂ ਦਾ ਜੀਵਨ ਪੜ੍ਹ ਕੇ ਗੁਰਮਤਿ ਦੇ ਗੋਹਜ ਤੱਤਾਂ ਦੀ ਵਾਕਫੀ ਦੇ ਨਾਲ ਨਾਲ ਗੁਰੂ ਪ੍ਰਾਇਣ ਹੋ ਕੇ ਆਪਣੇ ਜੀਵਨ ਨੂੰ ਜਿਉਣਾ ਕੀਤਾ। ਪਿਛਲੇਰੇ ਸਮੇਂ ਵਿੱਚ ਸੰਗਤਾਂ ਦਾ ਇਹ ਸੁਝਾਅ ਤੀਬਰ ਮੰਗ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਸੀ ਕਿ ਜੋ ਪ੍ਰੇਮੀ ਕਿਸੇ ਕਾਰਨ, ਟਾਈਮ ਦੀ ਘਾਟ ਕਾਰਨ ਜਾਂ ਆਪਣੇ ਕਿੱਤੇ ਦੇ ਨਾਲ ਸੰਬੰਧਿਤ ਹੋਣ ਕਰਕੇ, ਕਿਸੇ ਵੀ ਕਾਰਨ ਕਰਕੇ ਜੋ ਸੇਕ ਨਿਹਿਆ ਰੂਪੀ ਸਵਾਲ ਦਾ ਜਵਾਬ ਪੁਸਤਕ ਰਾਹੀਂ ਪੜ੍ਹ ਕੇ ਪ੍ਰਾਪਤ ਕਰਨ ਤੋਂ ਅਸਮਰੱਥ ਹਨ, ਉਹਨਾਂ ਲਈ ਅਤੇ ਅਜੋਕੇ ਮਲਟੀਮੀਡੀਆ ਯੁੱਗ ਵਿੱਚ ਇਹੋ ਪੁਸਤਕ ਆਡੀਓ ਬੁੱਕ ਦੇ ਰੂਪ ਵਿੱਚ ਜੇ ਸੰਗਤਾਂ ਦੇ ਰੂਬਰੂ ਹੋ ਜਾਵੇ ਤਾਂ ਸੰਗਤਾਂ ਮਹਾਂਪੁਰਖਾਂ ਦੇ ਜੀਵਨ ਬਿਰਤਾਂਤ ਸਰਵਣ ਕਰਕੇ ਹੋਰ ਵੀ ਵਧੇਰੇ ਲਾਭ ਪ੍ਰਾਪਤ ਕਰ ਸਕਦੀਆਂ ਹਨ। ਸੰਗਤਾਂ ਦੀ ਇਸ ਤੀਬਰ ਮੰਗ ਨੂੰ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਪ੍ਰਵਾਨ ਕਰਦਿਆਂ ਹੋਇਆਂ ਦਾਸ ਭੁਪਿੰਦਰ ਸਿੰਘ ਨੂੰ ਇਹ ਹੁਕਮ ਕੀਤਾ ਕਿ ਆਡੀਓ ਬੁੱਕ ਰਿਕਾਰਡ ਕਰਨ ਦੀ ਸੇਵਾ ਤੈਅ ਕਰਨੀ ਹੈ। ਮਹਾਂਪੁਰਖਾਂ ਪਾਸੋਂ ਅਤੇ ਸੰਗਤ ਕੋਲੋਂ ਪਿਆਰ ਅਸੀਸਾਂ ਲੈਣ ਲਈ ਅਤੇ ਆਪਣੇ ਸਖਣੇ ਹਿਰਦੇ ਨੂੰ ਮਹਾਂਪੁਰਖਾਂ ਦੇ ਜੀਵਨ ਦੀ ਸੁਗੰਧੀ ਵਿੱਚੋਂ ਕਿਣਕਾ ਮਾਤਰ ਪ੍ਰਾਪਤ ਕਰਕੇ ਸੁਗੰਧਿਤ ਕਰਨ ਦੀ ਚਾਹਨਾ ਨਾਲ ਸਤਿਗੁਰੂ ਜੀ ਦੇ ਓਟ ਆਸਰੇ ਇਹ ਨਿਮਾਣਾ ਯਤਨ ਦਾਸਰੇ ਨੇ ਕਰਨ ਦਾ ਯਤਨ ਕੀਤਾ ਹੈ। ਆਸ ਹੈ ਕਿ ਸੰਗਤਾਂ ਦੀ ਮੰਗ ਦੇ ਲਾਇਕ ਰੰਚਕ ਮਾਤਰ ਵੀ ਹੋ ਨਿਬੜੇਗਾ। ਮਹਾਂਪੁਰਖਾਂ ਦੇ ਜੀਵਨ ਨੂੰ ਵਰਣਨ ਕਰਦਿਆਂ ਭੁੱਲਾਂ ਹੋ ਜਾਣੀਆਂ ਅਵਸ਼ ਹਨ। ਆਪ ਸਰਬ ਸੰਗਤਾਂ ਦੇ ਚਰਨਾਂ ਵਿੱਚ
ਅਤੀ ਨਿਮਰਤਾ ਸਹਿਤ ਦੋਏ ਕਰ ਜੋੜ ਕੇ ਬੇਨਤੀ ਹੈ ਕਿ ਆਪ ਜੀ ਨੇ ਭੁੱਲਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਅਤੇ ਪ੍ਰੇਮਮਈ ਅਸੀਸ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਕਿ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਰੰਜਕ ਮਾਤਰ ਵੀ ਦਾਸਰੇ ਦੇ ਸਿੱਖਣੇ ਹਿਰਦੇ ਵਿੱਚ ਵੀ ਕੋਈ ਸੁਗੰਧੀ ਵਸ ਜਾਵੇ, ਤਾਂ ਜੋ ਉਹਨਾਂ ਸਾਈਂ ਜੀਆਂ ਦੀ ਪ੍ਰਸੰਨਤਾ ਰੂਪੀ ਬਖਸ਼ਿਸ਼ ਹਿਰਦੇ ਵਿੱਚ ਪੈ ਜਾਵੇ, ਜਿਸ ਸਦਕਾ ਉਸ ਸਾਈਂ ਦੇ ਦਰ ਨਾਲ ਸਾਂਝ ਬਣੇ ਅਤੇ ਲੋਕ ਸੁਖੀ ਪਰਲੋਕ ਸੁਹੇਲੇ ਕਰਨ ਦੇ ਯੋਗ ਹੋ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮੇਸ਼ਰ ਬੇਅੰਤ ਹੈ। ਅੰਤ ਦੇ ਦਾਇਰੇ ਵਿੱਚ ਵਿਚਰਦੇ ਜੀਵਾਂ ਲਈ ਅਨੰਤ ਦੀ ਪੂਰਨ ਸੋਝੀ ਪ੍ਰਾਪਤ ਕਰਨੀ ਅਤ ਕਠਿਨ ਹੈ, ਕਿਉਂਕਿ ਅੰਤ ਦੀ ਲਪੇਟ ਵਿੱਚ ਘਿਰੀ ਸੀਮਤ ਬੁੱਧੀ ਦੀ ਪਹੁੰਚ ਵਿੱਚ ਉਹ ਆਨੰਦ ਆ ਨਹੀਂ ਸਕਦਾ। ਜਿਸ ਸਦਕਾ ਅੰਤ ਦੇ ਸਾਗਰ ਵਿੱਚ ਵਿਚਰਦੇ ਸੰਸਾਰੀ ਜੀਵ ਗਫਲਤ ਦੀ ਨੀਂਦ ਵਿੱਚ ਗਲਤਾਨ ਹੋ ਕੇ ਉਸ ਅਨੰਤ ਪ੍ਰਭੂ ਵੱਲੋਂ ਅਵੇਸਲੇ ਹੋ ਜਾਂਦੇ ਹਨ। ਤਦੋਂ ਸਮੇਂ-ਸਮੇਂ ਉਹ ਅਨੰਤ ਸ਼ਕਤੀ ਆਪਣੀ ਸੋਝੀ ਕਰਵਾਉਣ ਲਈ, ਆਪਣੀ ਲਖਤਾ ਕਰਾਉਣ ਲਈ ਅਤੇ ਅੰਤ ਦੇ ਦਾਇਰੇ ਵਿੱਚ ਭਟਕਦੇ ਜੀਵ ਨੂੰ ਗੋਬਿੰਦ ਮਿਲਣ ਦੀ ਇਹ ਤੇਰੀ ਬਰੀਆ ਦੀ ਯਾਦ ਮੁੜ ਤਾਜ਼ਾ ਕਰਵਾਉਣ ਲਈ ਸੰਤ ਸਰੂਪ ਰਾਹੀਂ ਇਸ ਭਵਜਲ ਅੰਦਰ ਪ੍ਰਗਟ ਹੋ ਕੇ ਅਨੰਤ ਮਿਲਾਪ ਦੀ ਤੜਫ ਜੀਵ ਹਿਰਦੇ ਵਿੱਚ ਪ੍ਰਜਵਲਿਤ ਕਰਦੀ ਹੈ। ਪ੍ਰਭੂ ਦਰੋਂ ਵਰਸਾਏ ਐਸੇ ਸੰਤ ਸਰੂਪ ਗੁਰੂ ਪਿਆਰੇ, ਜੋ ਅਨੰਤੀ ਹੁਕਮ ਵਿੱਚ ਵਿਚਰਦੇ ਹੋਏ ਜੀ ਦਾਨ ਦੇ ਭਗਤੀ ਲਾਇਨ ਹਰਸ਼ੋਂ ਲੈਣ ਮਲਾਏ ਦੀ ਸ੍ਰੇਸ਼ਟ ਕਾਰ ਕਰਕੇ ਮੁੜ ਹੁਕਮੀ ਆਨੰਦ ਵਿੱਚ ਹੀ ਸਮਾ ਜਾਂਦੇ ਹਨ। ਐਸੇ ਗੁਰੂ ਪਿਆਰਿਆਂ ਦੀ ਜੀਵਨ ਗਾਥਾ ਲਿਖਣੀ ਅਤ ਕਠਿਨ ਹੈ, ਕਿਉਂਕਿ ਸੰਤਨ ਕੀ ਮਹਿਮਾ ਕਵਨ ਬਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਣੋ। ਤਕਰੀਬਨ 7-8 ਸਾਲ ਤੋਂ ਹੀ ਬੇਅੰਤਵਾਰ ਸੰਗਤਾਂ ਨੇ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਜੀਵਨ ਗਾਥਾ ਨੂੰ ਪੁਸਤਕ ਰੂਪ ਵਿੱਚ ਛਾਪਣ ਦੀ ਮੰਗ ਨੂੰ ਬੜੀ ਤੀਬਰਤਾ ਨਾਲ ਦੁਹਰਾਇਆ। ਮਨ ਵਿੱਚ ਕਈ ਵਾਰ ਉਤਸ਼ਾਹ ਵੀ ਬਣਿਆ ਕਿ ਜੋ ਕੁਝ ਅੱਖੀਂ ਵੇਖਿਆ ਜਾਂ ਜੋ ਮਹਾਂਪੁਰਖਾਂ ਦੇ ਪਵਿੱਤਰ ਜੀਵਨ ਵਿੱਚੋਂ ਪ੍ਰੇਰਣਾ ਮਿਲੀ ਜਾਂ ਉਹਨਾਂ ਨੇ ਆਪਣਾ ਰਸਨਾ ਰਾਹੀਂ ਆਪਣਾ ਨਿੱਜੀ ਤਜਰਬਾ ਦੱਸਿਆ ਹੈ, ਉਸ ਨੂੰ ਕਲਮਬੰਦ ਕੀਤਾ ਜਾਵੇ। ਪਰ ਮਨ ਫਿਰ ਢੇਰੀ ਢਾ ਬੈਠਦਾ ਕਿ ਪੂਰਿਆਂ ਦੀ ਜੀਵਨ ਗਾਥਾ ਜਾਂ ਪੂਰਿਆਂ ਦਾ ਉਪਦੇਸ਼ ਲਿਖਣ ਲਈ ਕੋਈ ਉੱਚੀ ਆਤਮਕ ਉਡਾਰੀ ਵਾਲਾ ਜਗਿਆਸੂ ਹੀ ਉੱਦਮ ਕਰਕੇ ਕਲਮ ਚੁੱਕੇ ਤਾਂ ਸਫਲਤਾ ਮਿਲ ਸਕਦੀ ਹੈ, ਕਿਉਂਕਿ ਪੂਰਨ ਜੀਵਨ ਵਾਲਿਆਂ ਦੀ ਗੱਲ ਅਧੂਰਿਆਂ ਪਾਸੋਂ ਸਹੀ ਰੂਪ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਇਸੇ ਸੋਚ ਅਧੀਨ ਕਾਫੀ ਅਰਸਾ ਲੰਘ ਗਿਆ, ਮਹਾਂਪੁਰਸ਼ਾਂ ਦਾ ਜੀਵਨ ਕਲਮਬੰਦ ਨਾ ਹੋ ਸਕਿਆ। ਸੰਗਤਾਂ ਦੇ ਮੁੜ-ਮੁੜ ਕੇ ਪ੍ਰੇਰਣਾ ਦੇਣ ਉੱਪਰ ਸਤਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਅਤੇ ਸੰਗਤ ਦਾ ਹੁਕਮ ਮੰਨ ਕੇ ਸਤਿਕਾਰਯੋਗ ਮਹਾਂਪੁਰਖਾਂ ਦੀ ਅਸੀਸ ਪ੍ਰਾਪਤ ਕਰਨ ਹਿਤ ਪੂਰਨ ਬ੍ਰਹਮ ਗਿਆਨੀ, ਬ੍ਰਹਮ ਵੇਤਾ, ਸੰਤ ਸਿਪਾਹੀ, ਪੂਰਨ ਗੁਰਸਿੱਖ, ਪ੍ਰਭੂ ਨਾਲ ਅਭੇਦ ਹੋਈ ਉਹ ਆਤਮਾ, ਨਾਮ ਵਿੱਚ ਅਠੋ ਪਹਿਰ ਗੜੂੰਤ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਸੰਖੇਪ ਜੀਵਨ ਲਿਖਣ ਲਈ ਉਦਮ ਆਰੰਭਿਆ। ਮਹਾਂਪੁਰਖਾਂ ਦੀ ਇਸ ਜੀਵਨੀ ਦਾ ਆਧਾਰ, ਇਸ ਪੁਸਤਕ ਦਾ ਆਧਾਰ ਮੂਲ ਰੂਪ ਵਿੱਚ ਉਹ ਕੈਸਟ ਹੈ ਜਿਸ ਵਿੱਚ ਉਹਨਾਂ ਨੇ ਕਿਰਪਾ ਕਰਕੇ ਆਪਣਾ ਜੀਵਨ ਬ੍ਰਿਤਾਂਤ, ਜੋ ਉਹਨਾਂ ਨੂੰ ਲੰਬੇਰੇ ਸਮੇਂ ਪਿੱਛੋਂ ਯਾਦ ਰਿਹਾ, 1970 ਈਸਵੀ ਵਿੱਚ ਰਿਕਾਰਡ ਕਰਵਾਏ ਸਨ। ਦੂਸਰੇ ਗੁਰੂ ਮਿਹਰ ਸਦਕਾ ਦਾਸ ਨੂੰ ਲਗਾਤਾਰ 35 ਸਾਲ ਮਹਾਂਪੁਰਖਾਂ ਦੀ ਸ੍ਰੇਸ਼ਟ ਸੰਗਤ ਉਹਨਾਂ ਦੇ ਆਖਰੀ ਸਮੇਂ ਤੱਕ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਲੰਬੇਰੇ ਸਮੇਂ ਵਿੱਚ ਜੋ ਬਚਨ ਦਾਸ ਨਾਲ ਹੋਏ ਜਾਂ ਕੁਝ ਅੱਖੀਂ ਵੇਖਿਆ ਜਾਂ ਹੱਡੀ ਵਰਤਿਆ, ਕੇਵਲ ਉਸ ਨੂੰ ਹੀ ਲਿਖਣ ਦਾ ਸੰਕੋਚਮਾ ਯਤਨ ਕੀਤਾ ਹੈ। ਇਸ ਤੋਂ ਇਲਾਵਾ ਕੁਝ ਉਹ ਜਗਿਆਸੂ ਜਿਨ੍ਹਾਂ ਨੂੰ ਸਮੇਂ-ਸਮੇਂ ਬਾਬਾ ਜੀ ਦੀ ਪਾਰਸ ਸੰਗਤ ਵਿੱਚੋਂ ਆਤਮਕ ਅਤੇ ਸਰੀਰਕ ਅਰੋਗਤਾ ਮਿਲੀ, ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਪੁਸਤਕ ਰੂਪ ਦਿੱਤਾ ਗਿਆ ਹੈ। ਇਸ ਸਮੁੱਚੀ ਪੁਸਤਕ ਵਿੱਚ ਕੇਵਲ ਉਹ ਘਟਨਾਵਾਂ ਹੀ ਲਿਖਤੀ ਰੂਪ ਵਿੱਚ ਲਿਆਂਦੀਆਂ ਹਨ ਜਿਨ੍ਹਾਂ ਤੋਂ ਕੋਈ ਗੁਰਮਤਿ ਦੀ ਸੇਧ ਪ੍ਰਾਪਤ ਹੋ ਸਕੇ ਅਤੇ ਗੁਰਮਤਿ ਪੰਥ ਉੱਪਰ ਤੁਰਨ ਵਿੱਚ ਸਹਾਇਤਾ ਮਿਲ ਸਕੇ। ਬਾਕੀ ਜੀਵਨ ਨੂੰ ਲਿਖਤੀ ਰੂਪ ਦੇਣ ਤੋਂ ਸੰਕੋਚ ਕੀਤਾ ਗਿਆ ਹੈ, ਕਿਉਂਕਿ ਮਾਇਕੀ ਯੁੱਗ ਚੱਲ ਰਿਹਾ ਹੈ। ਇਸ ਵਿੱਚ ਪਰਮਾਰਥ ਦੀ ਗੱਲ ਪੜ੍ਹਨ ਸੁਣਨ ਲਈ ਜੀਵ ਪਾਸ ਸਮਾਂ ਨਹੀਂ, ਜੇ ਹੈ ਵੀ ਤਾਂ ਬਹੁਤ ਘੱਟ। ਇਸ ਕਰਕੇ ਬਹੁਤੇ ਵਿਸਥਾਰ ਨੂੰ ਸੰਕੋਚਿਆ ਗਿਆ ਹੈ। ਇਸ ਲਿਖੇ ਗੁਰਮੁਖ ਜੀਵਨ ਤੋਂ ਜੇ ਕੋਈ ਪ੍ਰਾਣੀ ਸੱਚੀ ਸੁੱਚੀ ਸੇਧ ਲੈ ਕੇ ਪ੍ਰਭੂ ਚਰਨਾਂ ਨਾਲ ਜੁੜ ਜਾਵੇ ਤਾਂ ਦਾਸ ਇਸ ਪੁਰਸ਼ਾਰਥ ਨੂੰ ਸਫਲ ਸਮਝੇਗਾ। ਮਹਾਂਪੁਰਖਾਂ ਦਾ ਜੀਵਨ ਨਿਰੋਲ ਗੁਰਮੁਖ ਜੀਵਨ ਸੀ।
ਉਹਨਾਂ ਦੇ ਜੀਵਨ ਵਿੱਚ ਰੰਚਕ ਮਾਤਰ ਵੀ ਆਪਣੀ ਮੱਤ ਦੀ ਲੇਸ ਨਹੀਂ ਸੀ। ਸੋ ਜੋ ਕੁਝ ਗੁਰਮਤਿ ਅਨੁਸਾਰ ਲਿਖਿਆ ਗਿਆ ਹੈ ਉਹ ਹੀ ਮਹਾਂਪੁਰਖਾਂ ਦਾ ਅਸਲੀ ਜੀਵਨ ਹੈ। ਜੇ ਕਿਤੇ ਕੋਈ ਗੁਰਮਤਿ ਦੇ ਆਸ਼ੇ ਤੋਂ ਦੁਰੇਡੀ ਗੱਲ ਲਿਖੀ ਗਈ ਹੋਵੇ ਤਾਂ ਉਸ ਨੂੰ ਦਾਸ ਦੀ ਨਿੱਜੀ ਭੁੱਲ ਜਾਣ ਕੇ ਖਿਮਾ ਕਰਨਾ ਅਤੇ ਸੁਝਾਅ ਲਿਖ ਭੇਜਣਾ। ਜੇਕਰ ਕਿਸੇ ਪ੍ਰੇਮੀ ਪਾਸ ਮਹਾਂਪੁਰਖਾਂ ਦੇ ਜੀਵਨ ਸੰਬੰਧੀ ਕੋਈ ਹੱਡ-ਬੀਤੀ ਘਟਨਾ ਜਾਂ ਕੋਈ ਹੋਰ ਜਾਣਕਾਰੀ ਹੋਵੇ ਜਿਸ ਤੋਂ ਗੁਰਮਤਿ ਦੀ ਸੇਧ ਪ੍ਰਾਪਤ ਹੁੰਦੀ ਹੋਵੇ ਤਾਂ ਦੱਸਣ ਜਾਂ ਲਿਖ ਭੇਜਣ ਦੀ ਕਿਰਪਾਲਤਾ ਕਰਨੀ। ਉਸ ਨੂੰ ਅਗਲੀ ਐਡੀਸ਼ਨ ਵਿੱਚ ਵਿਚਾਰ ਕੇ ਛਾਪਣ ਦਾ ਯਤਨ ਕੀਤਾ ਜਾਵੇਗਾ। ਸੋ ਆਸ ਹੈ ਇਹ ਸੰਗਤਾਂ ਨਿਮਾਣਾ ਜਿਹਾ ਉਦਮ ਜੋ ਹੈ ਉਸ ਨੂੰ ਪ੍ਰਵਾਨ ਕਰਨਗੀਆਂ ਅਤੇ ਅਸੀਸਾਂ ਬਖਸ਼ਿਸ਼ ਕਰਕੇ ਇਸ ਗੁਰਮੁਖ ਜੀਵਨ ਤੋਂ ਲਾਹਾ ਪ੍ਰਾਪਤ ਕਰਨਗੀਆਂ। ਗੁਰੂ ਸੰਗਤ ਦਾ ਦਾਸ ਸੇਵਾ ਸਿੰਘ ਸੰਤ, ਗੁਰਦੁਆਰਾ ਰਾਮਪੁਰ ਖੇੜਾ, ਡਾਕਖਾਨਾ ਗੜ੍ਹਦੀ ਵਾਲਾ, ਜ਼ਿਲ੍ਹਾ ਹੁਸ਼ਿਆਰਪੁਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਦਰੋਂ ਘਰੋਂ ਵਰਸਾਈ ਮਹਾਨ ਆਤਮਾ ਤਤ ਬੇਤੇ ਬ੍ਰਹਮ ਗਿਆਨੀ ਨਾਮ ਬਾਣੀ ਦੇ ਰਸੀਏ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਜੀਵਨ ਗਾਥਾ ਸੇਕ ਕਨ੍ਹਈਆ ਪੁਸਤਕ ਦੇ ਸੰਬੰਧ ਵਿੱਚ ਪੰਥ ਦੀਆਂ ਕੁਝ ਇੱਕ ਮਹਾਨ ਸ਼ਖਸੀਅਤਾਂ, ਸਾਧੂ ਮਹਾਤਮਾਵਾਂ ਅਤੇ ਵਿਦਵਾਨ ਪੁਰਸ਼ਾਂ ਨੇ ਜੋ ਆਪਣੇ ਵਿਚਾਰ ਦਿੱਤੇ ਹਨ ਉਹ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹਨ। ਹੁਣ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਪਣੇ ਖਿਆਲਾਂ ਦਾ ਇਜ਼ਹਾਰ ਕਰਨਗੇ ਤੇ ਪੰਥਕ ਵਿਚਾਰ ਪੇਸ਼ ਕਰਨਗੇ। ਬੋਲੇ ਸੋ ਨਿਹਾਲ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਗੋਰ ਸਦਕੇ ਆਪ ਜੀ ਨੇ ਜਾਣ ਵਾਲੇ ਜਥੇ ਦੇ ਜਥੇਦਾਰਾਂ ਪਾਸੋਂ ਅਤੇ ਸਤਿਕਾਰਯੋਗ ਪੂਰਨ ਮਹਾਂਪੁਰਖ ਸਤਿਗੁਰੂ ਗਰੀਬ ਨਿਵਾਜ ਜੀ ਦੇ ਲਾਡਲੇ ਦੁਲਾਰੇ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਦੇ ਪਾਸੋਂ ਵਿਚਾਰ ਸੁਣ ਕੇ ਸਮੇਂ ਨੂੰ ਸਫਲਿਆਂ ਕੀਤਾ ਹੈ। ਸਮਾਂ ਵੀ ਇਤਨੀ ਇਜਾਜ਼ਤ ਨਹੀਂ ਦੇ ਰਿਹਾ ਕਿ ਬਹੁਤਾ ਵਿਸਥਾਰ ਕੀਤਾ ਜਾ ਸਕੇ, ਪਰ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਦੀ ਜੋ ਕਮਾਈ ਹੈ ਉਹ ਕਥਨ ਵਿੱਚ ਨਹੀਂ ਆ ਸਕਦੀ। ਜਿਸ ਇਲਾਕੇ ਵਿੱਚ ਜਿਸ ਖੇੜੀ ਦੇ ਉੱਪਰ ਇਹਨਾਂ ਮਹਾਂਪੁਰਖਾਂ ਨੇ ਗੁਰਦੁਆਰਾ ਸਾਹਿਬਾਨ ਸਥਿਤ ਕੀਤਾ ਹੈ, ਬਣਾਇਆ ਹੈ, ਉੱਥੋਂ ਦੀਆਂ ਬੜੀਆਂ ਮਹਾਨ ਘਟਨਾਵਾਂ ਹਨ ਜਿਸ ਨੂੰ ਵੇਖ ਕੇ ਸਾਰਾ ਇਲਾਕਾ ਬਹੁਤ ਮਹਾਂਪੁਰਖਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਾੜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਖੰਡੇ ਬਾਟੇ ਅੰਮ੍ਰਿਤ ਦਾ ਧਾਰਨੀ ਹੋ ਕੇ ਸਿੱਖੀ ਵਿੱਚ ਪ੍ਰਗਟ ਹੋ ਰਿਹਾ ਹੈ। ਉਸ ਜਗ੍ਹਾ ਦੇ ਉੱਪਰ ਰਾਤ ਨੂੰ ਤਾਂ ਕਿ ਦੁਪਹਿਰ ਦੇ ਟਾਈਮ ਵਿੱਚ ਵੀ ਕੋਈ ਵਿਅਕਤੀ ਉਸ ਰਸਤੇ ਨਹੀਂ ਸੀ ਲੰਘਿਆ ਕਰਦਾ, ਕਿਉਂਕਿ ਦਾਸ ਹਰ ਸਾਲ ਉੱਥੇ ਦਰਸ਼ਨ ਕਰਦਾ। ਸੰਤ ਵੱਡੇ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਟਾਈਮ ਤੋਂ ਜਿਤਨੇ ਰੌਣਕ, ਜਿਤਨਾ ਆਨੰਦ ਤੇ ਸ਼ਾਂਤੀ ਉਸ ਜਗ੍ਹਾ ਵਿੱਚ ਬਾਬਾ ਜੀ ਨੇ ਸਿਮਰਨ ਦੁਆਰਾ ਪ੍ਰਗਟਾਈ ਹੈ, ਉਹ ਕਿਸੇ ਵਿਰਲੇ ਸਥਾਨ ਤੋਂ ਲੱਭੇਗੀ, ਕਿਉਂਕਿ ਹਰਿਮੰਦਰ ਸਾਹਿਬ ਦੀ ਤੁਲਨਾ ਤਾਂ ਦਿੱਤੀ ਨਹੀਂ ਜਾ ਸਕਦੀ, ਤਾਂ ਮਹਾਨ ਥਾਂ ਹੈ। ਪਰ ਤਪੱਸਿਆ ਨੂੰ ਮੁੱਖ ਰੱਖਦਿਆਂ ਦਾਸ ਨੇ ਬੇਨਤੀ ਕੀਤੀ ਹੈ 7 ਦਿਨ ਨਾ ਅਭਿਆਸ ਕਮਾਈ ਦਾ ਸਮਾਗਮ ਹਰ ਸਾਲ ਪ੍ਰਾਰੰਭ ਕਰਦੇ ਹਨ। ਟਾਈਮ ਮੁਤਾਬਕ ਨਿਤਨੇਮ ਕਰਨਾ, ਵਿਸਰਾਮ ਕਰਨਾ ਤੇ ਸੰਗਤਾਂ ਨੂੰ ਸਾਵਧਾਨ ਰੱਖਣਾ, ਇਹ ਬੜਾ ਭਾਰੀ ਉਦਮ ਹੈ। ਬਾਲਕ ਅਵਸਥਾ ਤੋਂ ਲੈ ਕੇ ਸਰਗੋਧੇ ਤੋਂ ਕਿਸੇ ਮਹਾਤਮਾ ਦੀ ਸੰਗਤ ਹੋਣ ਤੋਂ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਏ, ਰੰਗ ਲਾਗਤ ਦੇ ਮੁਤਾਬਕ ਲੱਗ ਗਿਆ। ਇੱਕ ਸਮਾਂ ਬਾਣੀ ਦੇ ਨਿਤਨੇਮ ਅਨੁਸਾਰ ਇਹਨਾਂ ਮਹਾਂਪੁਰਖਾਂ ਦੇ ਆਪਣੇ ਜੀਵਨ ਵਿੱਚ ਐਸਾ ਵੀ ਆਇਆ, ਨਿਤਨੇਮ ਕਰਦਿਆਂ ਪਹਿਲੀ ਅਵਸਥਾ ਦੀ ਗੱਲ ਹੈ, ਹੁਣ ਤਾਂ ਸਤਿਗੁਰੂ ਦੀ ਮਹਾਨ ਬਹੁਤ ਹੀ ਕਿਰਪਾ ਹੋ ਚੁੱਕੀ ਹੈ।
ਨਿਤਨੇਮ ਕਰਦੇ ਸਨ, ਪਰ ਕਿਸੇ ਆਲਸ ਕਰਕੇ ਜਾਪ ਸਾਹਿਬ ਦਾ ਪਾਠ ਕਰਨ ਤੋਂ ਕੁਝ ਢਿਲਾਈ ਹੋ ਗਈ। 1-2 ਦਿਨ ਵਿੱਚ ਇੱਕ ਦਿਨ ਐਸਾ ਸਮਾਂ ਆਇਆ, ਬਿਰਤੀ ਜੁੜ ਗਈ, ਲਿਵ ਲੱਗ ਗਈ। ਸਤਿਗੁਰੂ ਕਲਗੀਧਰ ਜੀ ਦੇ ਸਰੂਪ ਦਾ ਚਮਤਕਾਰਾ ਹੋਇਆ ਤੇ ਅਲੋਪ ਹੋ ਗਏ। ਬਾਬਾ ਜੀ ਦੇ ਮਨ ਵਿੱਚ ਬੜਾ ਭਾਰੀ ਵੈਰਾਗ ਹੋਇਆ, ਕਿਉਂਕਿ ਜਿਨ੍ਹਾਂ ਨੇ ਭਜਨ ਨਹੀਂ ਕੀਤਾ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ, ਉਹਦੇ ਪਤਾ ਨਹੀਂ ਕੀ ਚਮਤਕਾਰਾ ਹੁੰਦਾ, ਕੀ ਲਗਨ ਹੁੰਦੀ ਹੈ। ਪਰ ਜਿਹੜਾ ਇਸ ਰਸਤੇ ਦਾ ਪੰਥੀ ਹੋਵੇ ਉਹਨੂੰ ਇਸ ਵਿਛੋੜੇ ਦੇ ਦੁੱਖ ਦਾ ਪਤਾ ਹੁੰਦਾ ਹੈ। ਮਹਾਂਪੁਰਖਾਂ ਦੇ ਮਨ 'ਚ ਬਹੁਤ ਵੈਰਾਗ, ਨੇਤਰਾਂ ਵਿੱਚੋਂ ਪ੍ਰੇਮ ਦਾ ਜਲ ਚੱਲਣ ਲੱਗਾ। ਆਵਾਜ਼ ਹੋਈ, ਦਰਸ਼ਨ ਨਹੀਂ ਹੋ ਰਹੇ। ਬਾਬਾ ਜੀ ਨੇ ਪੁੱਛਿਆ, ਜੀ ਕੀ ਗੱਲ ਹੈ, ਆਵਾਜ਼ ਦੇ ਰਹੇ ਹੋ, ਦਰਸ਼ਨ ਨਹੀਂ ਦੇ ਰਹੇ? ਕਹਿੰਦੇ, ਗੁਰਮੁਖਾ ਤੂੰ 2 ਦਿਨ ਜਾਪ ਸਾਹਿਬ ਦਾ ਪਾਠ ਨਹੀਂ ਕੀਤਾ, ਜਿਹੜਾ ਜਾਪ ਸਾਹਿਬ ਦਾ 5 ਬਾਣੀਆਂ 'ਚ ਪਾਠ ਨਹੀਂ ਕਰਦਾ, ਸਾਡੇ ਦਰਸ਼ਨ ਨਹੀਂ ਹੋ ਸਕਦੇ। ਭਾਵ ਕੀ ਸੀ? ਇਹ ਨਹੀਂ ਕਿ ਇਕੱਲਾ ਜਾਪ ਸਾਹਿਬ ਨਾਲ ਹੀ ਦਰਸ਼ਨ ਹੁੰਦੇ, ਜਪਜੀ ਸਾਹਿਬ ਨਾਲ ਵੀ ਹੋ ਜਾਂਦੇ ਆ, ਸੋਈਆਂ ਨਾਲ ਵੀ ਹੋ ਜਾਂਦੇ ਆ। ਉਹ ਪਰਪੱਕਤਾ ਵਿਖਾ ਦਿੱਤੀ ਹੈ ਕਿ ਜਿਹੜਾ ਨਿਯਮ ਅਸੀਂ ਖੰਡੇ ਬਾਟ ਦੇ ਅੰਮ੍ਰਿਤ ਵੇਲੇ ਤਿਆਰ ਕੀਤਾ ਬੱਧਾ ਹੈ, ਉਹ ਤੋਂ ਜਿਹੜਾ ਸਿੱਖ ਪਾਸੇ ਜਾਵੇਗਾ ਸਾਨੂੰ ਉਹਦੇ ਦਰਸ਼ਨ ਨਹੀਂ ਹੋਣਗੇ। ਉਹ ਝਾੜੀ ਪੁੱਟਣ ਦੇ ਟਾਈਮ ਤੇ ਇੱਕ ਦਿਨ ਇਹਨਾਂ ਦੇ ਉਦਾਲੇ ਐਸਾ ਟਾਈਮ ਵੀ ਆਇਆ, ਜਾਗਦਿਆਂ ਹੋਇਆ, ਸੁਪਨੇ ਵਿੱਚ ਨਹੀਂ, ਜਿਸ ਤਰ੍ਹਾਂ ਹੁਣ ਬੈਠੇ ਆਪਣੇ ਕੋਲ ਇੱਕ ਬੜਾ ਭਾਰੀ ਸੱਪ ਬਹੁਤ ਲੰਬਾ ਆ ਕੇ ਲੱਕ ਦੇ ਨਾਲ, ਮੋਢਿਆਂ ਨਾਲ ਵਲਗਣਾ ਪਾ ਕੇ ਬੈਠ ਗਿਆ। ਬਹੁਤ ਉਸਨੇ ਕੱਸਿਆ ਸਰੀਰ ਨੂੰ, ਪਰ ਇਹਨਾਂ ਪਰਵਾਹ ਨਹੀਂ ਕੀਤੀ, ਰੱਤੀ ਮਾਤਰ ਡਰੇ ਨਹੀਂ, ਉੱਠ ਕੇ ਕਿਸੇ ਪਾਸੇ ਗਏ ਨਹੀਂ, ਸਿਮਰਨ ਵਿੱਚ ਲੀਨ ਰਹੇ। ਉਹ ਆਪਣੇ ਆਪ ਹੀ ਛੱਡ ਕੇ ਚਲਿਆ ਗਿਆ। ਬੜੀ ਭਾਰੀ ਹੋਰ ਵੀ ਦ੍ਰਿੜਤਾ ਮਜ਼ਬੂਤ ਹੋਈ ਤੇ ਉਸ ਇਲਾਕੇ ਦੇ ਉਸ ਭਿਆਨਕ ਥਾਂ ਨੂੰ ਖਾਲਸਾ ਜੀ ਮੰਗਲ ਰੂਪ ਵਿੱਚ ਜਿਸ ਤਰ੍ਹਾਂ ਬਦਲਿਆ, ਸਤਿਗੁਰੂ ਦੀ ਬਾਣੀ ਦੁਆਰਾ ਸਿੱਧ ਕਰਕੇ ਵਿਖਾ ਦਿੱਤਾ, ਜਿੱਥੇ ਬੈ ਸੰਸਾਰ ਜਨ ਸੋ ਥਾਨ ਸੋ ਹੁੰਦਾ। ਉਹ ਸੋਭਨੀਤ ਮੈਂ ਜਕਾਰੇ ਵਾਲੇ ਨੂੰ ਬੇਨਤੀ ਕਰਾਂਗਾ, ਜਦੋਂ ਐਸਾ ਟਾਈਮ ਹੁੰਦਾ ਉਦੋਂ ਸੁਣਨ ਵਿੱਚ ਰਸ ਬਹੁਤਾ ਹੁੰਦਾ ਜਕਾਰੇ ਨਾਲੋਂ। ਜਕਾਰਾ ਵੀਰ ਰਸ ਵਾਲੇ ਟਾਈਮ ਤੇ ਕੰਮ ਜ਼ਿਆਦਾ ਦਿਆ ਕਰਦਾ ਹੈ। ਸੋ ਖਾਲਸਾ ਜੀ ਇਹਨਾਂ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਜੋ ਤਪੱਸਿਆ ਕੀਤੀ ਹੈ, ਉਹ ਇਹਨਾਂ ਦੀ ਮਿਸਾਲ ਆਪਣੀ ਆਪ ਦੀ ਹੋ ਸਕਦੀ ਹੈ। ਕਿਸੇ ਦੀ ਮਿਸਾਲ ਵਰਤਮਾਨ ਸਮੇਂ ਦੇ ਸੰਬੰਧ ਵਿੱਚੋਂ ਤਾਂ ਮੈਂ ਕਿਸੇ ਦੀ ਦੇ ਨਹੀਂ ਸਕਦਾਗਾ। ਬਿਰਧ ਅਵਸਥਾ ਹੈ, ਸਿੰਘ ਫੜ ਕੇ ਉਠਾ ਰਹੇ ਹਨ, ਕਿਸੇ ਕੁਰਸੀ ਲੈਣ ਦਾ ਕੋਈ ਲਾਲਚ ਨਹੀਂ, ਕੇਵਲ ਪੰਥ ਦੇ ਨਾਂ ਉੱਪਰ। ਮੈਂ ਬੇਨਤੀ ਵੀ ਕੀਤੀ ਸੀ, ਸੰਤ ਬਾਬਾ ਲੌਂਗੋਵਾਲ ਸਾਹਿਬ ਨੇ ਵੀ ਕਿਹਾ ਸੀ ਕਿ ਬਾਬਾ ਜੀ ਜੱਥਾ ਜਿੱਡਾ ਵੱਡਾ ਮਰਜ਼ੀ ਤੋੜ ਦਿਓ, ਪਰ ਤੁਸੀਂ ਨਾ ਜਾਵੋ। ਇਹਨਾਂ ਨੂੰ ਪਤਾ ਲੱਗੇਗਾ ਕਿ ਉੱਥੇ ਰਾਮਪੁਰ ਖੇੜੇ ਵੀ ਦੋਹਾਂ ਨੇ ਉੱਥੇ ਰਹਿ ਕਰ ਲਈ ਹੈ ਤੇ ਸਾਨੂੰ ਰੋਕ ਹੀ ਨਾ ਦੇਣ। ਕਾਰ ਲੈ ਕੇ ਇੱਥੇ ਆ ਗਏ। ਦਾਸ ਨੂੰ ਵੀ ਮਿਲੇ, ਦਰਸ਼ਨ ਦਿੱਤੇ, ਬੇਨਤੀ ਕੀਤੀ। ਦਾਸ ਨੇ ਕਹਿੰਦੇ ਤੂੰ ਤਾਂ ਬੋਲ ਹੀ ਨਹੀਂ ਸਕਦਾ, ਸਾਡੇ ਭਜੰਗੀਆਂ ਵਰਗਾ। ਲੌਂਗੋਵਾਲ ਸਾਹਿਬ ਨਾਲ ਅਸੀਂ ਆਪੇ ਗੱਲ ਕਰ ਲਵਾਂਗੇ। ਸੰਤਾਂ ਨੂੰ ਮਿਲੇ, ਸੰਤਾਂ ਨੇ ਬੇਨਤੀ ਕੀਤੀ, ਜੀ ਤੁਸੀਂ ਬਜ਼ੁਰਗ ਹੋ, ਆਪ ਜੀ ਨਾ ਜਾਓ, ਸਿੰਘਾਂ ਨਾਲ ਦਾ ਨੂੰ ਭੇਜ ਦਿਓ। ਕਹਿੰਦੇ ਹੋਰ ਜੋ ਮਰਜ਼ੀ ਅਖਵਾ ਲਵੋ, ਜੋ ਮਰਜ਼ੀ ਮਨਵਾ ਲਵੋ, ਪਰ ਜੱਥੇ ਵਿੱਚ ਜਾਣ ਤੁਸੀਂ ਤੁਹਾਡੇ ਆਖੇ ਨਹੀਂ ਲੱਗਣਾ ਕਿ ਅਸੀਂ ਜਾਣਾ ਹੀ ਜਾਣਾ। ਜੇ ਸਾਡੇ ਬੱਚੇ ਸ਼ਹੀਦ ਹੋ ਰਹੇ ਹੈ, ਜੇ ਸਾਡੀਆਂ ਪੁੱਤਰੀਆਂ ਦੀ ਬੇਇੱਜ਼ਤੀ ਹੋ ਰਹੀ ਹੈ, ਜੇ ਸਾਡੀਆਂ ਭੈਣਾਂ ਦੀ ਇੱਜ਼ਤ ਲੁੱਟੀ ਦੀ ਜਾ ਰਹੀ ਹੈ, ਜੇ ਸਾਡੇ ਕੇਸਰੀ ਨਿਸ਼ਾਨ ਸਾਹਿਬਾਂ ਨੂੰ ਅੱਗ ਲੱਗ ਰਹੀ ਹੈ, ਜੇ ਸਾਡੇ ਇਸ਼ਟ ਨੂੰ ਅੱਗ ਲਾਉਣ ਵਾਲਿਆਂ ਦੀਆਂ ਤਨਖਾਹਾਂ ਵਧ ਰਹੀਆਂ, ਸਾਡੇ ਇਸ਼ਟ ਦੀ ਇੱਜ਼ਤ ਲੁੱਟਣ ਵਾਲੇ ਲੋਕ ਗੱਦੀਆਂ ਦੇ ਮਾਲਕ ਹੈ, ਤੁਹਾਡੇ ਮਨ ਵਿੱਚ ਇਹ ਜ਼ਰੂਰ ਖਿਆਲ ਆਵੇਗਾ। ਪੰਜਾਬ ਦਾ ਜ਼ਕਰੀਆ ਵੀ ਸੰਤਾਂ ਕੋਲ ਕਈ ਵਾਰੀ ਗਿਆ ਹੈ, ਮੁੱਖ ਮੰਤਰੀ। ਇੱਕ ਦਿਨ ਜਦੋਂ ਉਹਨੂੰ ਪਤਾ ਲੱਗਾ ਕਿ ਬਾਬਾ ਜੀ ਤਿਆਰ ਹੋ ਕੇ ਜਾਣ ਨੂੰ, ਇਹਨਾਂ ਕੋਲ ਇੱਕ ਬਹੁਤ ਆਪਣਾ ਜ਼ਿੰਮੇਵਾਰ ਬੰਦਾ ਭੇਜਿਆ। ਕਹਿਣ ਲੱਗਾ, ਬਾਬਾ ਜੀ ਮੈਂ ਤਾਂ ਤੁਹਾਡਾ ਸੇਵਕ ਹਾਂ, ਮੁੱਖ ਮੰਤਰੀ ਨੇ ਕਿਹਾ ਤੁਸੀਂ ਕਿਰਪਾ ਕਰੋ ਜਥੇ ਵਿੱਚ ਨਾ ਜਾਓ। ਬਾਬਾ ਜੀ ਤੁਸੀਂ ਵੇਖ ਲਿਆ, ਬੋਲਦੇ ਬਹੁਤ ਘੱਟ, ਹੌਲੀ ਬੋਲਦੇ ਆ। ਉਹਨੂੰ ਨੇੜੇ ਕਰਕੇ ਕਹਿਣ ਲੱਗੇ, ਪ੍ਰੇਮੀਆਂ ਜਾ ਕੇ ਉਹਨੂੰ ਕਹਿ ਦੇ ਵੀ ਜੇ ਤੇਰੇ ਕੋਲੇ ਸੰਗਤ ਜਥੇ ਵਿੱਚ ਜਾਣ ਵਾਸਤੇ ਹੈਗੀ ਆ ਤੇ 19 ਤਰੀਕ ਨੂੰ ਭੇਜ ਦੇ। ਅਸੀਂ ਜਥੇ ਵਿੱਚ ਜਾਣਾ, ਜੇ ਤੂੰ ਸਿੱਖ ਹੈ, ਤੇਰਾ ਸਿੱਖੀ ਨਾਲ ਪਿਆਰ ਹੈ, ਤਾਂ ਇਹ ਜਥੇ ਵਿੱਚ ਸੰਗਤ ਭੇਜ ਦੇ, ਜਥਾ ਛੇਤੀ ਆਪਣਾ ਮੋਰਚਾ ਛੇਤੀ ਕਾਮਯਾਬ ਹੋ ਜਾਵੇ। ਇਹ ਜਵਾਬ ਦਿੱਤਾ ਸੀ, ਕਾਣ ਨਹੀਂ ਮੰਨੀ। ਭਾਵੇਂ ਬੋਲਦੇ ਬਹੁਤ ਹੌਲੀ ਹੈ, ਨਿਸ਼ਾਨਾ ਬਹੁਤ ਦ੍ਰਿੜ ਹੈ। ਮੈਂ ਤਾਂ ਨੇੜੇ ਹੋ ਕੇ ਵਰਕਣ ਦੇ ਭਚੰਗੀਆਂ ਵਰਗਾ ਤੇ ਸਮਝਦੇ ਵੀ ਆਪਣਾ ਭਚੰਗੀ ਹੈ। ਜਿਹੜੀ ਜ਼ਬਾਨ ਚੋਂ ਗੱਲ ਨਿਕਲੀ ਉਹ ਕਰਨੀ ਹੈ, ਚਾਹੇ ਕੋਈ ਮਗਰ ਜਾਵੇ ਚਾਹੇ ਨਾ ਜਾਵੇ। ਪਹਿਲਾਂ ਕਹਿਣੀ ਨਹੀਂ ਛੇਤੀ, ਬਹੁਤ ਸੋਚ ਕੇ ਵਿਚਾਰ ਕੇ ਧੀਰ ਸੰਭਲਣਾ ਕਹਿਣੀ ਹੈ, ਤੇ ਜਿਹੜੀ ਕਹਿ ਦਿੱਤੀ ਉਹਦੇ ਤੋਂ ਪਿੱਛੇ ਹਟਣਾ ਨਹੀਂ। ਸੋ ਅੱਜ ਉਹ ਜਾ ਰਹੇ ਹਨ,
ਦਾਸ ਨੇ ਬੇਨਤੀ ਕੀਤੀ ਸੀ, ਬਾਬਾ ਜੀ ਸ਼ਰਮ ਆ ਰਹੀ ਹੈ। ਕਹਿਣ ਲੱਗੇ ਕਿਉਂ? ਮੈਂ ਕਿਹਾ ਆਪ ਬਜ਼ੁਰਗ ਹੋ, ਆਪ ਬਿਰਧ ਅਵਸਥਾ 'ਚ ਫੜ ਕੇ ਸਿੰਘਾਂ ਨੇ ਤੁਹਾਨੂੰ ਉੱਥੋਂ ਤੱਕ ਪਾਲੀ ਤੱਕ ਲਿਜਾਣਾ, ਤੁਰਨਾ ਮੁਸ਼ਕਿਲ, ਸਰੀਰ ਇਤਨਾ ਕਮਜ਼ੋਰ ਬਿਰਧ ਹੋ ਚੁੱਕਾ ਹੈ ਤੇ ਮੈਂ ਇੱਥੇ ਬੈਠਾ ਹੈ। ਤੇ ਹੱਸ ਕੇ ਕਹਿਣ ਲੱਗੇ ਪਹਿਲਾਂ ਬਾਪੂ ਹੀ ਕੰਮ ਕਰਦੇ ਹੁੰਦੇ, ਫਿਰ ਪੁੱਤਰਾਂ ਨੂੰ ਸਿਖਾਈਦਾ। ਇਹ ਪਿਆਰ ਦਾ, ਮੁਹੱਬਤ ਦਾ ਬਚਨ ਉਹਨਾਂ ਮਹਾਂਪੁਰਖਾਂ ਦਾ। ਸੋ ਮੈਂ ਉਹਨਾਂ ਨੂੰ ਕੀ ਵਧਾਈ ਦੇ ਸਕਦਾ। ਸਤਿਗੁਰੂ ਅੱਗੇ, ਸੱਚੇ ਪਾਤਸ਼ਾਹ ਅੱਗੇ ਅਰਦਾਸ ਵੀ ਐਸੇ ਮਹਾਂਪੁਰਖਾਂ ਦੀ ਫਲਦੀ ਹੈ। ਮੇਰੇ ਵਰਗੇ ਦੀ ਤਾਂ ਅਰਦਾਸ ਵੀ ਸ਼ਾਇਦ ਕਦੇ ਪੂਰੀ ਹੁੰਦੀ ਕਦੇ ਨਹੀਂ। ਸਤਿਗੁਰੂ ਕਿਰਪਾ ਕਰਨ, ਇਹਨਾਂ ਮਹਾਂਪੁਰਖਾਂ ਨੂੰ ਦੇਹ ਅਰੋਗਤਾ, ਸਦਾ ਲਈ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੁਰਬਾਨੀ ਦਾ ਜਜ਼ਬਾ। ਤੇ ਜਿਹੜੇ ਜਥੇ ਦੇ ਸਿੰਘ ਜਾ ਰਹੇ ਹਨ ਉਹਨਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਵੱਖਰੇ ਵੱਖਰੇ ਨਾਂ ਲਵਾਂ, ਚਿਰ ਲੱਗੇਗਾ। ਮੈਂ ਸਾਰੇ ਇਲਾਕਿਆਂ ਵਿੱਚੋਂ ਆਏ ਹੋਏ ਸਾਰੇ ਜਥੇਦਾਰਾਂ ਦਾ ਤੇ ਸਾਰੀ ਸੰਗਤ ਦਾ ਬਹੁਤ ਧੰਨਵਾਦ ਵੀ ਕਰਦਾ ਹਾਂ ਤੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ। ਜਿਤਨੀ ਸੰਗਤ ਅੱਗੇ ਗਈ ਹੈ ਮੈਂ ਕਿਸੇ ਦਾ ਨਰਾਦਰ ਨਹੀਂ ਕਰਦਾ, ਨਾ ਕਰਨ ਦਾ ਹੱਕ ਹੈ ਤੇ ਨਾ ਕੋਈ ਕਰ ਸਕਦਾ। ਜਿਹੜਾ ਕਰੇਗਾ ਆਪਣਾ ਕਰਵਾ ਲਵੇਗਾ। ਪਰ ਜਿਤਨੀ ਸੰਗਤ ਹੁਣ ਤੱਕ ਗਈ ਹੈ, ਮੇਰੀ ਆਪਣੀ ਬੁੱਧ ਦੀ ਸੋਚ ਮੁਤਾਬਕ ਇਹਨਾਂ ਜਿੰਨਾ ਸਿਮਰਨ ਵਾਲਾ ਕੋਈ ਨਹੀਂ ਗਿਆ ਹੋਣਾ। ਤੁਸੀਂ ਜਾਣ ਵਾਲੇ ਵਡਭਾਗੀ ਹੋ ਜਿਨ੍ਹਾਂ ਨੂੰ ਐਸੇ ਮਹਾਂਪੁਰਖਾਂ ਦੇ ਨਾਲ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਨੌਜਵਾਨੋਂ ਕਈ ਪ੍ਰਕਾਰ ਦੀਆਂ ਗੱਲਾਂ ਰਾਹ ਵਿੱਚ ਵਾਪਰਦੀਆਂ। ਬਾਬਾ ਜੀ ਹੁਣ ਤੋਂ ਤੁਰਿਆ ਨਹੀਂ ਜਾਣਾ, ਬਹੁਤ ਖਿਆਲ ਕੀਤਾ ਕਿ ਕਿਸੇ ਸਵਾਰੀ ਦੇ ਉੱਪਰ ਬਾਬਾ ਜੀ ਨੂੰ ਬਿਠਾ ਕੇ ਤੁਹਾਡੇ ਨਾਲ ਜਾਇਆ ਜਾਵੇਗਾ। ਪਰ ਤੁਸੀਂ ਜਾਣ ਵਾਲੇ ਕਿਸੇ ਵੀ ਨੌਜਵਾਨ ਨੇ, ਕਿਸੇ ਬਜ਼ੁਰਗ ਨੇ, ਕਿਸੇ ਮਾਈ ਬੀਬੀ ਨੇ ਕਿਸੇ ਪ੍ਰਕਾਰ ਦਾ ਕੋਈ ਭੜਕਾਹਟ ਵਾਲਾ ਨਾਅਰਾ ਨਹੀਂ ਲਾਉਣਾ। ਬਾਬਾ ਜੀ ਨੇ ਹੁਕਮ ਕੀਤਾ, ਮੈਂ ਤਾਂ ਕਹਿ ਰਿਹਾ, ਨਹੀਂ ਤੇ ਕਈ ਵਾਰੀ ਕਈ ਦਾ ਨਾਅਰੇ ਲਾ ਲਓ। ਜੋ ਗੁਰਮਤਿ ਮੁਤਾਬਕ ਹੈ, ਬਾਬਾ ਜੀ ਦਾ ਹੁਕਮ ਹੈ ਕਿ ਅਸੀਂ ਸਾਰੀ ਜ਼ਿੰਦਗੀ ਬੰਦਗੀ ਵਿੱਚ ਲੰਘਾਈ ਹੈ ਤੇ ਸਾਡੇ ਨਾਲ ਜਾਣ ਵਾਲੇ ਵੀ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਜਾਣ। ਇਹ ਤੁਹਾਡੀ ਸਾਰਿਆਂ ਦੀ, ਜਾਣ ਵਾਲਿਆਂ ਦੀ ਆਪਣੀ ਜ਼ਿੰਮੇਵਾਰੀ ਹੈ। ਸਤਿਗੁਰੂ ਨੇ ਕਿਰਪਾ ਕੀਤੀ ਹੈ। ਜਦੋਂ ਜਦੋਂ ਕਿਸੇ ਸਰਕਾਰ ਨੇ ਕਿਸੇ ਮਹਾਂਪੁਰਖ ਨੂੰ ਹੱਥ ਪਾਇਆ ਤਦੋਂ ਤਦੋਂ ਉਹਦੀਆਂ ਜੜ੍ਹਾਂ ਪੁੱਟੀਆਂ ਗਈਆਂ। ਅੱਜ ਇੱਕ ਪ੍ਰੇਮੀ ਮੈਨੂੰ ਮਿਲਿਆ, ਕਹਿਣ ਲੱਗਾ ਜੀ ਅਸੀਂ ਇੱਕ ਜੇਲ੍ਹ ਤੋਂ ਚਿੱਠੀ ਭੇਜੀ ਸੀ, ਤੁਹਾਨੂੰ ਮਿਲੀ ਨਹੀਂ। ਮੈਂ ਕਿਹਾ ਭਾਈ ਮੈਨੂੰ ਤੁਹਾਨੂੰ ਮਿਲੇ। ਮੈਂ ਲਿਖਿਆ ਕੀ ਸੀ? ਆਖਿਆ ਜੀ ਅਸੀਂ ਲਿਖ ਕੇ ਭੇਜਿਆ ਸੀ ਕਿਸੇ ਮਹਾਂਪੁਰਖ ਦੇ ਸੀਸ ਦੀ ਲੋੜ ਹੈ, ਉਹ ਦੇ ਦੇਵੇ ਤੇ ਫੇਰ ਹੈ। ਤੇ ਪਤਾ ਨਹੀਂ ਕਿੱਥੋਂ ਸ਼ਿਵ ਜੀ ਦੀ ਚਿੱਠੀ ਲੈ ਕੇ ਉਹ ਆ ਗਏ। ਮੈਂ ਤਾਂ ਨਹੀਂ ਕਹਿ ਰਿਹਾ ਕਿ ਬਾਬਾ ਜੀ ਦੇ ਸੀਸ ਦੀ ਸਾਨੂੰ ਲੋੜ ਹੈ, ਸਾਨੂੰ ਇਹਨਾਂ ਦੇ ਸਰੀਰ ਦੀ ਬਹੁਤੀ ਲੋੜ ਹੈ ਸੀਸ ਨਾਲ ਜੀ। ਪਰ ਐਸੇ ਬਜ਼ੁਰਗ ਜਦੋਂ ਖੁਦ ਪੈਣ, ਚੱਲ ਪੈਣ, ਇਹ ਸੋਚ ਲੈਣਾ ਚਾਹੀਦਾ ਹੈ। ਜਿਹੜੇ ਵੀਰ ਕਈ ਇਹ ਕਹਿੰਦੇ ਆ ਜੀ ਕੇਵਲ ਕੁਰਸੀਆਂ ਵਾਸਤੇ ਹੋ ਸਕਦਾ, ਕਈਆਂ ਦਾ ਕੁਰਸੀਆਂ ਵਾਸਤੇ ਵੀ ਹੋਵੇਗਾ, ਉਹਨਾਂ ਦਾ ਅੰਦਾਜ਼ਾ ਠੀਕ ਵੀ ਹੋ ਸਕਦਾ ਹੈ। ਪਰ ਜਿਹੜੇ ਐਸੀ ਬਿਰਧ ਅਵਸਥਾ ਵਿੱਚ ਇਹਨੇ ਭਜਨ ਵਾਲੇ ਹੈ, ਉਹਨਾਂ ਨੂੰ ਤਾਂ ਕੁਰਸੀ ਬਹੁਤ ਮਾਮੂਲੀ ਜੀ ਗੱਲ ਹੈ। ਉਹ ਕੁਰਸੀਆਂ ਦੇ ਰਸਾਂ 'ਚ ਨਹੀਂ ਪੈਂਦੇ, ਕੁਰਸੀ ਦਾ ਰਸ ਹੀ ਕੁਰਸੀ ਹੈ, ਜਿਹੜੇ ਖੋਟਿਆਂ ਰਸਾਂ 'ਚ ਪਾ ਦੇਣ ਵਾਲੀ ਹੈ। ਇਹ ਭਗਤੀ ਕਰਨ ਵਾਲੇ ਨਾਲ ਤੁਸੀਂ ਜਾ ਰਹੇ ਹੋ। ਕੇਵਲ ਇਹ ਹੀ ਨਹੀਂ, ਹੋਰ ਵੀ ਮਹਾਤਮਾ, ਜਿਵੇਂ ਕੱਲ ਬਾਬਾ ਕੇਰ ਸਿੰਘ ਜੀ ਮੜੀਆਂ ਵਾਲੇ ਗਏ ਸੀ, ਬਾਬਾ ਨਿਹਾਲ ਸਿੰਘ ਸਾਹਿਬ ਜੀ ਹਰੀਆਂ ਵੇਲਾਂ ਵਾਲੇ ਗਏ ਹਨ, ਬਾਬਾ ਕਾਹਨ ਸਿੰਘ ਜੀ ਤਰਨਾ ਦਲ ਵਾਲੇ ਗਏ ਹਨ। ਮੈਨੂੰ ਪਤਾ ਲੱਗਾ, ਪੱਕਾ ਤਾਂ ਨਹੀਂ, ਮੈਂ ਪੁੱਛ ਨਹੀਂ ਸਕਿਆ ਸੰਤਾਂ ਨੂੰ ਮਿਲ ਕੇ, ਬਾਬੇ ਬਿਧੀ ਚੰਦੀਏ ਵੀ ਆਪਣਾ ਪ੍ਰੋਗਰਾਮ ਕੁਝ ਲੈ ਗਏ ਹੈ। ਉਹ ਵੀ ਮਹਾਤਮਾ ਜਾਣ ਵਾਸਤੇ, ਸੰਪਰਦਾਵਾਂ ਕਾਰ ਸੇਵਾ ਵਾਲੀਆਂ ਵੀ ਤਤਪਰ ਹੈ, ਉਹ ਵੀ ਪ੍ਰੋਗਰਾਮ ਕੁਝ ਲੈ ਗਏ, ਕੁਝ ਲਿਜਾਣ ਵਾਸਤੇ ਉਤਸ਼ਾਹ ਸਹਿਤ ਹਨ। ਤੇ ਜਦੋਂ ਸਾਰੀਆਂ ਹੀ ਸੰਪਰਦਾਵਾਂ ਤੁਰ ਪਈਆਂ, ਫਿਰ ਢਿੱਲ ਨਹੀਂ ਕਿਸੇ ਪ੍ਰਕਾਰ ਦੀ ਹੋ ਸਕਦੀ ਗੀ, ਤੇ ਨਾ ਜ਼ਿੰਮੇਵਾਰ ਕਿਤੇ ਢਿੱਲ ਕਰਨਗੇ। ਤੇ ਮੈਂ ਜਿੱਦਾਂ ਤਲਵੰਡੀ ਇੱਥੋਂ ਗਿਆ, ਉਹਦੇ ਸ਼ੱਕ ਦੂਰ ਕਰਨ ਵਾਸਤੇ ਇੱਕ ਬੇਨਤੀ ਕੀਤੀ ਵੀ ਸੀ ਸੰਗਤ ਨੂੰ, ਅੱਜ ਵੀ ਕਰਦਾ ਭਰੇ ਦੀਵਾਨ ਵਿੱਚ। ਜਿਹੜਾ ਵੀ ਭਾਈ ਆਨੰਦਪੁਰ ਦੇ ਮੱਤ ਦੀ ਪ੍ਰਾਪਤੀ ਤੋਂ ਘੱਟ ਗੱਲ ਕਰਕੇ ਬੈਠੇਗਾ, ਮੈਂ ਤੁਹਾਨੂੰ ਬੇਨਤੀ ਕਰਾਂਗਾ ਤਸੱਲੀ ਦਿਵਾਉਣ ਵਾਸਤੇ ਗੱਡੀ ਚਾੜ ਦੋ, ਲਿਹਾਜ਼ ਨਾ ਕਰਿਓ, ਪੁੰਨ ਲੱਗੂਗਾ। ਇਹ ਅੱਖਰ ਮੈਂ ਕਿਸੇ ਵੱਲ ਇਸ਼ਾਰਾ ਕਰਕੇ ਨਹੀਂ ਕਹਿ ਰਿਹਾ, ਮੈਂ ਆਪਣੇ ਵੱਲ ਕਹਿ ਰਿਹਾ। ਸਭ ਤੋਂ ਪਹਿਲਾਂ ਮੈਨੂੰ ਚਾੜਿਆ ਜੋ ਮੈਂ ਬੈਠੂ, ਲਿਹਾਜ਼ ਮੇਰਾ ਨਾ ਕਰਿਓ। ਮੈਂ ਕਿਉਂ ਕਹਿ ਰਿਹਾ? ਮੈਨੂੰ ਪਤਾ ਇਹਨਾਂ ਮਹਾਂਪੁਰਖਾਂ ਦੇ ਜੀਵਨ ਬਾਰੇ। ਜੇ ਇਹਨਾਂ ਦਾ ਮਨ ਇਹਨਾਂ ਤੜਫ ਉੱਠਿਆ ਤੇ ਕੋਈ ਵੀ ਪ੍ਰੇਮੀ ਢਲਿਆਈ ਕਰ ਜਾਵੇ ਤੇ ਫਿਰ ਕਿੱਡਾ ਵੱਡਾ ਦੁੱਖ ਤੇ ਦਾਗ ਲੱਗੇਗਾ। ਸੋ ਸਾਰੇ ਜਥੇ ਦਾ ਧੰਨਵਾਦ ਕਰਦਾ ਹਾਂ, ਸਤਿਗੁਰੂ ਅੱਗੇ ਅਰਦਾਸ ਕਰਦਾ, ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਐਸੇ ਮਹਾਂਪੁਰਖਾਂ ਦੇ ਜਾਣ ਤੋਂ ਅਵਸ਼ਮਾਈ ਖਾਲਸੇ ਨੂੰ ਨਿਸ਼ਚਾ ਕੇ ਸਾਡੀ ਜ਼ਰੂਰ ਜਿੱਤ ਹੋਵੇਗੀ। ਸੋ ਭਾਈ ਬਲਵੀਰ ਸਿੰਘ ਜੀ ਜੋ ਸਰਪੰਚ ਹਨ ਗਾਲਬ ਕਲਾਂ ਤੋਂ, ਉਹਨਾਂ ਨੇ 2000 ਰੁਪਈਆ
ਇਸ ਫੰਡ ਵਾਸਤੇ, ਖਰਚ ਵਾਸਤੇ, ਜਥੇ ਵਾਸਤੇ ਦਿੱਤਾ ਹੈ ਅਕਾਲੀ ਦਲ ਨੂੰ, ਸੋ ਉਹ ਬਾਬਾ ਜੀ ਪ੍ਰਵਾਨ ਕਰਨਗੇ। 200 ਰੁਪਇਆ ਹੋਰ ਸਿੰਘਾਂ ਨੇ ਦਿੱਤਾ ਸੀ, ਸੋ ਇਹ 72,000 ਤੇ ਤਕਰੀਬਨ 700 ਰਕਮ ਸਾਰੀ ਬਣ ਜਾਂਦੀ ਹੈ। ਸੋ ਸਤਿਗੁਰੂ ਕਿਰਪਾ ਕਰਨ। ਇੱਕ ਆ ਚਿੱਠੀ ਆਈ ਹੈ, ਕੋਈ ਪ੍ਰੇਮੀ ਸੀ ਸੁਖਵੰਤ ਸਿੰਘ 15 ਅਗਸਤ ਵਾਲੇ ਕੇਸ ਵਿੱਚ ਜੇਲ੍ਹ ਵਿੱਚ ਸੀ ਉਹ, ਤੇ ਉਹਦੀ ਹਾਈ ਕੋਰਟ ਵਿੱਚੋਂ ਜ਼ਮਾਨਤ ਹੋਈ ਸੀ 18/10/82 ਨੂੰ ਰਾਤ 7 ਵਜੇ ਦੀ ਥਾਂ 10 ਵਜੇ ਰਾਤ ਨੂੰ ਛੱਡਿਆ। ਡਿਪਟੀ ਸੁਪਰਡੈਂਟ ਜਿਹੜਾ ਦਲੀਪ ਸਿੰਘ ਨੇ ਸੁਖਵੰਤ ਸਿੰਘ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਤੇ ਉਸ ਨੂੰ ਕੁੱਟਿਆ ਕਿ ਭਾਈ ਅਮਰੀਕ ਸਿੰਘ ਹੋਣਾ ਬਾਰੇ ਵੀ ਮਾੜੇ ਸ਼ਬਦ ਉਸਨੇ ਵਰਤੇ ਹੈ। ਪਰ ਕੋਈ ਗੱਲ ਨਹੀਂ, ਇਹ ਵਰਤਦੇ ਰਹੇ ਆ ਤੇ ਵਰਤਦੇ ਆ। ਸ਼ਾਇਦ ਹੋ ਸਕਦਾ ਬਾਕੀ ਬੰਦੇ ਨੇ ਇਹਨਾਂ ਦੇ ਵਰਤਨ। ਜਾਮੀ ਖਾਨ ਤੇ ਮਾਨੀ ਖਾਨ ਨੇ ਵੀ ਸਾਹਿਬਜ਼ਾਦਿਆਂ ਤੇ ਵਰਤੇ ਸੀ, ਤੇ ਜਦੋਂ ਸਮਾਂ ਆ ਗਿਆ ਸੀ ਉਦੋਂ ਕੋਠੇ ਤੋਂ ਕੱਢ ਕੇ ਹੱਕ ਲੈ ਲਿਆ ਸੀ। ਇਹੋ ਜਿਹੀਆਂ ਜਿਹੜੀਆਂ ਗੱਲਾਂ ਕਰਦੇ ਨੇ, ਹੁਣ ਸਬਰ ਤੇ ਸ਼ੁਕਰ ਨਾਲ ਬਰਦਾਸ਼ਤ ਕਰੀਏ। ਜਦੋਂ ਸਮਾਂ ਆਵੇਗਾ ਉਦੋਂ ਇਹਨਾਂ ਗੱਲਾਂ ਵੱਲ ਬਹੁਤਾ ਧਿਆਨ ਦਿੱਤਾ ਜਾਵੇਗਾ। ਮੈਂ ਇੰਨਾ ਹੀ ਬੇਨਤੀ ਕਰਦਾ ਹੋਇਆ ਖਿਮਾ ਦਾ ਜਾਚ ਹਾਂ। ਆਉਣ ਵਾਲਾ ਜਿਹੜਾ ਪ੍ਰੋਗਰਾਮ ਹੈ, ਸੋ ਜਿਸ ਤਰ੍ਹਾਂ ਸਿੰਘ ਜਿਹੜਾ ਤੋਂ ਰਿਹਾ ਕੇ ਬਾਹਰ ਆਏ ਹਨ, ਉਹ ਧਰਮ ਯੁੱਧ ਦੇ ਡਿਕਟੇਟਰ ਸਾਹਿਬਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰੋਗਰਾਮ ਦੇਣਗੇ। ਉਹ ਸਾਰੀ ਸੰਗਤ ਪਿਆਰ ਨਾਲ ਸੁਣ ਕੇ ਜਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਉਪਜੈ ਗਿਆਨ ਦੁਰਮਤ ਸੀਜੈ। ਇਹ ਗੁਣ ਭਰਪੂਰ ਸ੍ਰੇਸ਼ਟ ਗ੍ਰੰਥ ਸੇਕ ਨੇਹਿਆ ਪੜ੍ਹਿਆ ਅਤੇ ਵਿਚਾਰਿਆ ਹੈ, ਜਿਸ ਵਿੱਚ ਸਤਿਕਾਰਯੋਗ ਪਰਉਪਕਾਰੀ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਜੀਵਨ ਲਿਖ ਕੇ ਮਹਾਂਪੁਰਖ ਸੰਤ ਬਾਬਾ ਸੇਵਾ ਸਿੰਘ ਜੀ ਨੇ ਮਹਾਨ ਪਰਉਪਕਾਰ ਹਿਤ ਅਤੇ ਸਰਬੱਤ ਦੇ ਭਲੇ ਲਈ ਰਚਨਾ ਕੀਤੀ ਹੈ। ਜੋ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਹੁੰਦੇ ਜਾ ਰਹੇ ਹਨ, ਜਿਨ੍ਹਾਂ ਨੂੰ ਗੁਰਮਤਿ ਦਾ ਨਿਸ਼ਚਾ ਨਹੀਂ ਹੈ, ਉਹਨਾਂ ਅਤੇ ਹੋਰ ਸਰਬ ਜਗਿਆਸੂਆਂ ਲਈ ਇਹ ਗ੍ਰੰਥ ਚਾਨਣ ਮੁਨਾਰਾ ਬਣੇਗਾ। ਇਸ ਰਚਨਾ ਨੂੰ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਅੱਖਰ ਲਗ ਮਾਤਰ ਤੱਕ ਸੰਪੂਰਨ ਸ਼ਰਧਾ, ਨਿਸ਼ਚਾ ਅਤੇ ਭਾਵਨੀ ਪ੍ਰਾਪਤ ਹੋਵੇਗੀ। ਅੰਮ੍ਰਿਤ, ਸਤਸੰਗਤ, ਗੁਰਬਾਣੀ, ਨਾਮ, ਸਿਮਰਨ ਤਥਾ ਸੇਵਾ ਦੀ ਲਾਗ ਲੱਗੇਗੀ। ਇਸ ਦੇ ਪੜ੍ਹਨ ਨਾਲ ਜੀਵਨ ਬਦਲ ਕੇ ਹੀਰੇ ਦੀ ਤਰ੍ਹਾਂ ਉੱਜਲ ਹੋਣਗੇ। ਇਸ ਵਿੱਚ ਗੁਰਮਤਿ ਦ੍ਰਿੜਤਾ ਦੀ ਪ੍ਰਾਪਤੀ, ਨਾਮ ਸਿਮਰਨ ਦੀ ਜੁਗਤੀ ਅਤੇ ਫਲ, ਵਾਹਿਗੁਰੂ ਦੀ ਪ੍ਰਾਪਤੀ ਦੇ ਗੁਰਮਤਿ ਸਾਧਨ ਦੱਸੇ ਹਨ। ਐਸੇ ਗੁਣ ਭਰਪੂਰ ਗ੍ਰੰਥ ਦੀ ਅਜੋਕੇ ਸਮੇਂ ਵਿੱਚ ਅਤਿਅੰਤ ਲੋੜ ਸੀ। ਗੁਰੂ ਪੰਥ ਦਾ ਦਾਸ ਠਾਕੁਰ ਸਿੰਘ, ਜਥਾ ਭਿੰਡਰਾਂ ਮਹਿਤਾ, ਦਮਦਮੀ ਟਕਸਾਲ। ਉੱਜੜ ਥੇ ਵਸਾਇਓ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਫਰਮਾਨ ਹੈ, ਓਏ ਪੁਰਖ ਪ੍ਰਾਣੀ ਧਨ ਜਨ ਹੈ, ਉਪਦੇਸ਼ ਕਰਹਿ ਪਰ ਉਪਕਾਰਿਆ। ਹਰ ਨਾਮ ਦ੍ਰਿੜਾਵੈ, ਹਰ ਨਾਮ ਸੁਣਾਵੈ, ਹਰ ਨਾਮੇ ਜਗ ਨਿਸਤਾਰਿਆ। ਕਿ ਧੰਨ ਹਨ ਉਹ ਪਰਉਪਕਾਰੀ ਪਰਮੇਸ਼ਰ ਜੀ ਦੇ ਪਿਆਰੇ, ਜੋ ਕਲਯੁਗੀ ਜੀਵਾਂ ਦੇ ਭਲੇ ਲਈ ਹਰੀ ਪ੍ਰਮਾਤਮਾ ਜੀ ਦੇ ਉਪਦੇਸ਼ ਨੂੰ ਦ੍ਰਿੜ ਕਰਵਾ ਕੇ ਹਰ ਨਾਮ ਦੇ ਬੋਹਿਥ ਰਾਹੀਂ ਇਸ ਭਵ ਸਾਗਰ ਤੋਂ ਪਾਰ ਹੋਣ ਦਾ ਸਾਧਨ ਦੱਸ ਕੇ ਪਰਉਪਕਾਰ ਕਰਦੇ ਹਨ। ਐਸੇ ਪਰਉਪਕਾਰੀ ਹਰਜਨ ਸਨ, ਪੂਰਨ ਬ੍ਰਹਮ ਗਿਆਨੀ ਤਤ ਬੇਤੇ, ਗੁਰੂ ਕੀ ਰਹਿਤ ਬਹਿਤ ਵਿੱਚ ਪ੍ਰਪੱਕ, ਗੁਰੂ ਕੇ ਦੂਲੇ ਸੰਤ ਸਿਪਾਹੀ, ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਜਿਨ੍ਹਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ, ਜਿਸ ਦੇ ਵਸਨੀਕ ਕਿਸੇ ਸਮੇਂ ਨਿਰੰਕਾਰੀ ਬਾਬੇ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਤੋਂ ਬਹੁਤ ਦੁਰੇਡੇ ਜਾ ਚੁੱਕੇ ਸਨ, ਉਸ ਇਲਾਕੇ ਦੇ ਇੱਕ ਬੇਆਬਾਦ ਉੱਜੜੇ ਵੀਰਾਨ ਥੇ ਤੇ ਆ ਡੇਰਾ ਲਾਇਆ, ਜਿਸ ਥੇ ਨੂੰ ਲੋਕ ਭੂਤਾਂ ਪ੍ਰੇਤਾਂ ਦਾ ਡੇਰਾ ਕਿਹਾ ਕਰਦੇ ਸਨ ਅਤੇ ਇਸ ਵੀਰਾਨ ਥਾਂ ਦਾ ਉਹਨਾਂ ਦੇ ਮਨ ਵਿੱਚ ਅਤਿਅੰਤ ਭੈ ਸੀ। ਮਹਾਂਪੁਰਖ ਸੰਤ ਬਾਬਾ ਜੀ ਨੇ ਇਸ ਥੇ ਉੱਪਰ ਨਿਰੰਕਾਰ ਜੀ ਦਾ ਨਿਰੰਤਰ ਭਜਨ ਸਿਮਰਨ ਕਰਕੇ ਇਸ ਵੀਰਾਨਗੀ ਵਿੱਚ ਖੇੜਾ ਲਿਆਂਦਾ। ਇਸ ਖੇੜੇ ਨੂੰ ਗੁਰਮਤਿ ਪ੍ਰਚਾਰ ਦਾ ਕੇਂਦਰ ਬਣਾ ਕੇ ਗੁਰਸਿੱਖੀ ਦੀ ਖੁਸ਼ਬੂ ਦੇਸ਼ ਵਿਦੇਸ਼ ਵਿੱਚ ਵੰਡੀ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦਾ ਢੰਡੋਰਾ ਦਿੱਤਾ। ਲੱਖਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਇਸ ਕਲਯੁਗ ਦੇ ਵਿਖਮ ਸਮੇਂ ਵਿੱਚ ਭਵ ਸਾਗਰ ਤੋਂ ਪਾਰ ਹੋਣ ਦੀ ਜਾਚ ਸਿਖਾਈ। ਪ੍ਰਭੂ ਦਰੋਂ ਵਰਸਾਈ ਐਸੀ ਮਹਾਨ ਆਤਮਾ ਦੀ ਜੀਵਨ ਗਾਥਾ ਸੰਗਤਾਂ ਸਾਹਮਣੇ ਲਿਆਉਣ ਦੀ ਅਤਿਅੰਤ ਲੋੜ ਸੀ, ਕਿਉਂਕਿ ਐਸੇ ਅਤ ਵਿਰਲੇ ਨਿਤ ਅਵਤਾਰ ਮਹਾਂਪੁਰਖਾਂ ਦੀਆਂ ਕਥਾ ਕਹਾਣੀਆਂ ਗੁਰਮਤਿ ਪਥ ਦੇ ਪਾਂਧੀਆਂ ਅਤੇ ਢੰਡਾਉਆਂ ਲਈ ਚਾਨਣ ਮੁਨਾਰਾ ਹੋਇਆ ਕਰਦੀਆਂ ਹਨ। ਇਹਨਾਂ ਗਾਥਾਵਾਂ ਨੂੰ ਪੜ੍ਹ ਕੇ ਉਸ ਨਿਰੰਕਾਰ ਜੀ ਦੀ ਪ੍ਰਾਪਤੀ ਅਤੇ ਜੀਵਨ ਦੇ ਆਪਣੇ ਮੰਤਵ ਨੂੰ, ਜੋ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੈ, ਇਸ ਨੂੰ ਪ੍ਰਾਪਤ ਕਰਨ ਲਈ ਉਤਸ਼ਾਹ ਬਣਦਾ ਹੈ। ਸੋ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਉੱਤਰਾਧਿਕਾਰੀ ਬਾਬਾ ਸੇਵਾ ਸਿੰਘ ਜੀ ਨੇ ਇਹ ਅਤ ਸ਼ਲਾਘਾਯੋਗ ਉੱਦਮ ਕਰਕੇ
ਮਹਾਂਪੁਰਖਾਂ ਦੇ ਗੁਰਮੁਖ ਜੀਵਨ ਨੂੰ ਸੰਗਤਾਂ ਸਾਹਮਣੇ ਲਿਆਂਦਾ ਹੈ। ਮੈਂ ਆਸ ਕਰਦਾ ਹਾਂ ਕਿ ਗੁਰਮਤਿ ਮੁਤਲਾਸ਼ੀ ਮਹਾਂਪੁਰਖਾਂ ਦਾ ਜੀਵਨ ਪੜ੍ਹ ਕੇ ਉਸ ਅਨੰਤ ਦਰ ਦੀ ਪ੍ਰਾਪਤੀ ਲਈ ਸੇਧ ਪ੍ਰਾਪਤ ਕਰਨਗੇ। ਦਾਸ ਬਾਬਾ ਸਰਬਜੋਤ ਸਿੰਘ, 47ਵੀਂ ਸੰਤਾਨ, ਪਾਤਸ਼ਾਹੀ ਪਹਿਲੀ, ਗੁਰੂ ਬੰਸ ਗੱਦੀ, ਸ੍ਰੀ ਹਜੂਰ ਬਾਬਾ ਸਾਹਿਬ ਸਿੰਘ ਜੀ ਬੇਦੀ, ਊਨਾ ਸਾਹਿਬ, ਹਿਮਾਚਲ ਪ੍ਰਦੇਸ਼। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਪਵਿੱਤਰ ਆਤਮਾ। ਪਰਮ ਮਾਣ ਅਤੇ ਸਤਿਕਾਰਯੋਗ ਬ੍ਰਹਮ ਗਿਆਨੀ ਗੁਰੂ ਕੇ ਦੂਲੇ ਸੰਤ ਸਿਪਾਹੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਪਵਿੱਤਰ ਯਾਦ ਵਿੱਚ ਜੋ ਇਹ ਪੁਸਤਕ ਪ੍ਰਕਾਸ਼ਿਤ ਕੀਤੀ ਗਈ ਹੈ, ਇਸ ਵਿੱਚ ਉਹਨਾਂ ਦੀ ਬਹੁਪੱਖੀ ਜ਼ਿੰਦਗੀ ਦੀ ਸੁਨਹਿਰੀ ਝਲਕ ਦਿਖਾਈ ਦੇ ਰਹੀ ਹੈ। ਪੂਰਨ ਗੁਰਸਿੱਖੀ ਦਾ ਨਮੂਨਾ ਪੇਸ਼ ਕੀਤਾ ਗਿਆ ਹੈ। ਬਾਬਾ ਜੀ ਜਗਿਆਸੂ ਜਨਾਂ ਨੂੰ ਸੇਵਾ ਸਿਮਰਨ ਅਤੇ ਕਮਾਈ ਵਿੱਚ ਜੋੜਦੇ ਸਨ। ਇੱਕ ਉਜਾੜ ਵਿੱਚ ਟਿਕਾਣਾ ਕਰਕੇ ਉੱਥੇ ਰਾਮਪੁਰ ਖੇੜਾ ਵਸਾ ਕੇ ਸਿੱਖੀ ਦਾ ਸੋਮਾ ਬਣਾ ਦਿੱਤਾ। ਉਸ ਅਸਥਾਨ ਤੇ ਹੁਣ ਤੱਕ ਨਾਮ ਸਿਮਰਨ ਅਤੇ ਸੇਵਾ ਦੀ ਜਾਚ ਸਿਖਾਉਣ ਲਈ 8 ਦਿਨਾਂ ਨਾਮ ਅਭਿਆਸ ਕਮਾਈ ਸਮਾਗਮ ਦੇ ਰੂਪ ਵਿੱਚ ਟ੍ਰੇਨਿੰਗ ਕੈਂਪ ਲੱਗਦਾ ਹੈ, ਜੋ ਕਿ ਆਪਣੀ ਮਿਸਾਲ ਆਪ ਹੈ। ਇਸ ਤੋਂ ਇਲਾਵਾ ਮਹਾਂਪੁਰਖਾਂ ਨੇ ਆਪਣੇ ਜੀਵਨ ਕਾਲ ਦੌਰਾਨ ਦੇਸ਼ ਵਿਦੇਸ਼ ਵਿੱਚ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾ ਕੇ ਗੁਰਮਤਿ ਗਾਡੀ ਰਾਹ ਤੇ ਤੋਰਿਆ। ਬਾਬਾ ਜੀ ਨੇ ਮਾਨਵਤਾ ਦੀ ਭਲਾਈ ਲਈ ਪਰ ਉਪਕਾਰ ਦੇ ਬੇਅੰਤ ਕਾਰਜ ਕੀਤੇ, ਜੋ ਉਹਨਾਂ ਦੇ ਅਸਥਾਨ ਤੋਂ ਗੁਰੂ ਕਿਰਪਾ ਸਦਕਾ ਹੁਣ ਵੀ ਨਿਰੰਤਰ ਜਾਰੀ ਹਨ। ਸੰਤ ਬਾਬਾ ਜੀ ਦੀ ਕਮਾਈ ਧਨ ਹੈ, ਜਿਨ੍ਹਾਂ ਨੇ ਨਿਰਯਤਨ ਹੀ ਧਰਮਯੁੱਧ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਦੇ ਨਾਲ-ਨਾਲ ਬੇਅੰਤ ਲੰਗਰ ਦੀਆਂ ਰਸਦਾਂ ਤੋਂ ਇਲਾਵਾ 87,000 ਰੁਪਏ ਸਹਾਇਤਾ ਵਜੋਂ ਪ੍ਰਦਾਨ ਕੀਤੇ ਅਤੇ ਅਖੀਰ ਆਪਣਾ ਸਰੀਰ ਵੀ ਗੁਰੂ ਪੰਥ ਦੇ ਲੇਖੇ ਹੀ ਲਾ ਦਿੱਤਾ। ਆਪ ਜੀ ਵਿੱਚ ਸਭ ਤੋਂ ਵੱਡੀ ਸਿਫਤ ਇਹ ਸੀ ਕਿ ਪਰਮੇਸ਼ਰ ਨਾਲ ਅਭੇਦਤਾ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਵੀ ਆਪ ਜੀ ਨਿਰਮਾਣ ਸਨ। ਆਏ ਪ੍ਰੇਮੀ ਨੂੰ ਪਿਆਰ ਵਿੱਚ ਗੜੂੰਦ ਮਾਣ ਸਤਿਕਾਰ ਦਿੰਦੇ। ਉਹਨਾਂ ਦੇ ਪਵਿੱਤਰ ਦਰਸ਼ਨ ਕਰਨ ਨਾਲ ਆਤਮਾ ਨੂੰ ਮਹਾਨ ਸ਼ਾਂਤੀ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਸੀ। ਜਿੱਥੇ ਉਹ ਹਠੀ, ਜਪੀ, ਤਪੀ, ਸਤੀ ਅਤੇ ਗੁਰਸੇਵਾ ਵਿੱਚ ਭਰਪੂਰ ਸਨ, ਉੱਥੇ ਇਹ ਨਿਰਮਲ ਆਤਮਾ ਆਤਮਕ ਅਤੇ ਸਰੀਰਕ ਦੁਖੀਆਂ ਦੇ ਦੁੱਖ ਦੂਰ ਕਰਨ ਨੂੰ ਵੀ ਸਮਰੱਥ ਸੀ। ਵਾਹਿਗੁਰੂ ਜੀ ਦੀ ਕਿਰਪਾ ਕਰਨ ਉਸ ਗੁਰੂ ਘਰ 'ਚ ਉਹਨਾਂ ਦੇ ਪਾਏ ਪੂਰਨਿਆਂ ਉੱਪਰ ਚੱਲਣ ਵਾਲੇ ਹੀ ਪੈਦਾ ਹੋਣ ਅਤੇ ਹੋਰ ਗੁਰਮਤਿ ਸਮਾਗਮਾਂ ਤੋਂ ਇਲਾਵਾ ਖੰਡੇ ਦੀ ਪੌਹਲ ਸਰੂਪ ਅੰਮ੍ਰਿਤ ਦਾ ਪ੍ਰਵਾਹ ਚੱਲਦਾ ਰਹੇ। ਬਾਬਾ ਜੀ ਦੇ ਉੱਤਰਾਧਿਕਾਰੀ ਸੰਤ ਬਾਬਾ ਸੇਵਾ ਸਿੰਘ ਜੀ ਨੇ ਜੋ ਇਸ ਪੁਸਤਕ ਵਿੱਚ ਮਹਾਂਪੁਰਖਾਂ ਦੇ ਗੁਰਮੁਖ ਜੀਵਨ ਦਾ ਵਿਸਥਾਰ ਸਹਿਤ ਵਰਣਨ ਕੀਤਾ ਹੈ, ਇਸ ਸ੍ਰੇਸ਼ਟ ਉਦਮ ਲਈ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਪੂਰਨ ਆਸ ਕਰਦਾ ਹਾਂ ਕਿ ਇਸ ਲੋਕਾਈ ਨੂੰ ਇਸ ਪੁਸਤਕ ਵਿੱਚੋਂ ਮਹਾਨ ਰੋਸ਼ਨੀ ਮਿਲੇਗੀ, ਕਿਉਂਕਿ ਕਥਨੀ ਨਾਲੋਂ ਕਰਨੀ ਪ੍ਰਬਲ ਹੁੰਦੀ ਹੈ। ਗੁਰੂ ਪੰਥ ਦਾ ਰਿਣੀ ਹਰਚਰਨ ਸਿੰਘ ਮਹਾਲੋਂ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਰੋਪੜ। ਪ੍ਰੇਰਨਾ ਸਰੋਤ। ਮਹਾਂਪੁਰਖਾਂ ਦੇ ਜੀਵਨ ਬ੍ਰਿਤਾਂਤ ਜਗਿਆਸੂਆਂ ਲਈ ਪ੍ਰੇਰਨਾ ਸਰੋਤ ਹੁੰਦੇ ਹਨ। ਸੁਘੜ ਲੇਖਕ ਦੀ ਕਲਮ ਇਹਨਾਂ ਜੀਵਨ ਬ੍ਰਿਤਾਂਤਾਂ ਨੂੰ ਹਿਲਦੀਆਂ ਜੁਲਦੀਆਂ, ਤੁਰਦੀਆਂ ਫਿਰਦੀਆਂ, ਬੋਲਦੀਆਂ ਚਾਲਦੀਆਂ ਤਸਵੀਰਾਂ ਬਣਾ ਦਿੰਦੀ ਹੈ, ਜਿਨ੍ਹਾਂ ਰਾਹੀਂ ਭੂਤਕਾਲ ਵਿੱਚ ਹੋ ਗੁਜਰੀ ਮਹਾਨ ਆਤਮਾ ਦੇ ਜੀਵਨ ਦਰਸ਼ਨ ਹੋ ਜਾਂਦੇ ਹਨ। ਸਿੱਖ ਧਰਮ ਵਿੱਚ ਅਨੇਕਾਂ ਹੀ ਐਸੀਆਂ ਮਹਾਨ ਆਤਮਾਵਾਂ ਹੋ ਗੁਜਰੀਆਂ ਹਨ, ਜਿਨ੍ਹਾਂ ਨੇ ਗੁਰਮਤਿ ਸਿਧਾਂਤਾਂ ਨੂੰ ਆਪਣੇ ਅਮਲੀ ਜੀਵਨ ਰਾਹੀਂ ਮੂਰਤੀਮਾਨ ਕੀਤਾ, ਪਰੰਤੂ ਮਹਾਂਪੁਰਖਾਂ ਦੇ ਜੀਵਨ ਨਾਲ ਸੰਬੰਧਿਤ ਬਹੁਤ ਘੱਟ ਐਸੀਆਂ ਲਿਖਤਾਂ ਮਿਲਦੀਆਂ ਹਨ, ਜਿਨ੍ਹਾਂ ਤੋਂ ਉਹਨਾਂ ਗੁਰੂ ਪਿਆਰਿਆਂ ਦੁਆਰਾ ਕੀਤੀ ਗਈ ਘਾਲ ਕਮਾਈ ਦਾ ਪੂਰਨ ਜੀਵਨ ਝਲਕਾਰਾ ਪੈਂਦਾ ਹੋਵੇ। ਕਿਉਂਕਿ ਕਈ ਵਾਰ ਲੇਖਕ ਜਨਾਂ ਨੂੰ ਉਸ ਆਤਮਾ ਦੀ ਪੂਰਨ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ ਹੁੰਦਾ ਅਤੇ ਸ਼ਰਧਾਲੂ ਪ੍ਰੇਮੀਆਂ ਪਾਸੋਂ ਸਮੱਗਰੀ ਇਕੱਤਰ ਕਰਕੇ ਆਪਣੀ ਵਿਦਵਤਾ ਅਨੁਸਾਰ ਲੇਖਣੀ ਰੂਪ ਦੇ ਦਿੱਤਾ ਜਾਂਦਾ ਹੈ। ਸੇਕ ਕਨ੍ਹਈਆ ਪੁਸਤਕ ਵਿੱਚ ਐਸੀ ਗੱਲ ਦੇਖਣ ਵਿੱਚ ਨਹੀਂ ਆਈ, ਕਿਉਂਕਿ ਇਸ ਪੁਸਤਕ ਦੇ ਲੇਖਕ ਸੱਚਖੰਡ ਵਾਸੀ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਉੱਤਰਾਧਿਕਾਰੀ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਨੇ ਉਹ ਘਟਨਾਵਾਂ ਹੀ ਕਲਮਬੰਦ ਕੀਤੀਆਂ ਹਨ, ਜਿਨ੍ਹਾਂ ਨੂੰ ਆਪ ਜੀ ਨੇ ਮਹਾਂਪੁਰਖਾਂ ਦੀ ਨਜ਼ਦੀਕੀ ਸੰਗਤ ਵਿੱਚ ਨਿਰੰਤਰ 35 ਸਾਲ ਵਿਚਰਦਿਆਂ ਆਪ ਤੱਕਿਆ, ਜਾਂ ਮਹਾਂਪੁਰਖਾਂ ਦੁਆਰਾ ਕੀਤੇ ਗਏ ਜੋ ਬਚਨ ਤਥਾ ਸਿੱਖਿਆਵਾਂ ਆਪ ਸਰਵਣ ਕੀਤੀਆਂ। ਸੋ ਇਹਨਾਂ ਦੇ ਆਧਾਰ ਤੇ ਹੀ ਮਹਾਂਪੁਰਖਾਂ ਦੇ ਜੀਵਨ ਬ੍ਰਿਤਾਂਤ ਨੂੰ ਲੇਖਣੀ ਰੂਪ ਵਿੱਚ ਨਿਰੂਪਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਲਿਖਤ ਦਾ ਮੂਲ ਆਧਾਰ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਦੁਆਰਾ ਆਪਣੀ ਜ਼ਬਾਨੀ ਰਿਕਾਰਡ ਕਰਵਾਈ ਉਸ ਕੈਸਟ ਨੂੰ ਰੱਖਿਆ ਹੈ, ਜਿਸ ਵਿੱਚ ਮਹਾਂਪੁਰਖਾਂ ਨੇ ਆਪਣੀ ਸਾਧਨਾ, ਪ੍ਰਭੂ ਪ੍ਰਾਪਤੀ ਤਥਾ ਗੁਰਮਤਿ ਸੇਧਾਂ ਬਾਬਤ ਚਾਨਣਾ ਪਾਇਆ ਹੈ। ਮੈਨੂੰ ਪੂਰਨ ਆਸ ਹੈ ਕਿ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਦੁਆਰਾ ਕੀਤੀ ਗਈ ਇਹ ਘਾਲਣਾ ਅਤੇ ਇਹ ਸ੍ਰੇਸ਼ਟ ਉਦਮ ਪ੍ਰਭੂ ਤੜਪ ਵਾਲੀਆਂ ਰੂਹਾਂ ਨੂੰ ਗੁਰਮਤਿ ਸੇਧ ਪ੍ਰਦਾਨ ਕਰੇਗਾ। ਗੁਰੂ ਪੰਥ ਦਾ ਦਾਸ
ਸਿੰਘ ਸਾਹਿਬ ਗਿਆਨੀ ਪੂਰਨ ਸਿੰਘ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਪਿਆਰੇ। ਭਗਤ ਰਵਿਦਾਸ ਜੀ ਦਾ ਫਰਮਾਨ ਹੈ, ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜਿਆਂ ਭਗਤ ਕੁੱਲ ਮਨੁੱਖਤਾ ਦਾ ਸਰਦਾਰ ਹੈ। ਇਸੇ ਸਚਾਈ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰੂਪਣ ਕੀਤਾ ਹੈ, ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤ ਸਾਹੀ ਪਾਤ ਸਾਹ। ਸਮਗਰ ਗੁਰਬਾਣੀ ਵਿੱਚ ਥਾਂ ਥਾਈਂ ਐਸੇ ਤੱਥਾਂ ਨੂੰ ਉਜਾਗਰ ਕਰਕੇ ਜੀਵ ਨੂੰ ਹੋਰ ਸਾਧਨ ਛੱਡ ਕੇ ਨਾਮ ਸਿਮਰਨ ਵਿੱਚ ਜੁੜਨ ਦੀ ਸੇਧ ਦਿੱਤੀ ਗਈ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਸੋਰਠ ਵਿੱਚ ਫਰਮਾਨ ਪੰਨਾ 652 ਤੇ ਸੁਭਾਇਮਾਨ ਹੈ, ਸੰਤ ਭਗਤ ਪ੍ਰਵਾਨ ਜੋ ਪ੍ਰਭ ਭਾਇਆ, ਸਹੀ ਵਿਚਖਣ ਜੰਤ ਜਿਨੀ ਹਰ ਧਿਆਇਆ। ਪ੍ਰਭੂ ਦਰ ਤੇ ਪ੍ਰਵਾਨ ਚੜ੍ਹਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਸ ਲਈ ਕਰੜੀ ਸਾਧਨਾ ਦੀ ਲੋੜ ਹੁੰਦੀ ਹੈ। ਆਪਾ ਭਾਵ ਮਿਟਾਉਣਾ ਪੈਂਦਾ ਹੈ ਅਤੇ ਆਪਾ ਭਾਵ ਮਿਟਾਉਣ ਲਈ ਹਉਮੈ ਨੂੰ ਤਿਆਗ ਹੁਕਮ ਕਮਾਉਣ ਦਾ ਰਾਹ ਅਪਣਾਉਣਾ ਪੈਂਦਾ ਹੈ। ਗੁਰਮੁਖ ਹਉਮੈ ਪਰ ਹਰੈ, ਮਨ ਭਾਵੈ ਖਸਮੈ ਦਾ ਭਾਣਾ। ਹੁਕਮੀ ਬੰਦੇ ਨੂੰ ਹੀ ਸਿੱਖ ਦੀ ਸੰਗਿਆ ਦਿੱਤੀ ਗਈ ਹੈ। ਇਹ ਪੁੱਗ ਖਲਾਉਣ ਦਾ ਮਾਰਗ ਹੈ। ਇਸੇ ਮਾਰਗ ਤੇ ਚਲਦਿਆਂ ਹੀ ਸਵੈ ਸਰੂਪ ਵਿੱਚ ਲੀਨਤਾ ਹੁੰਦੀ ਹੈ ਅਤੇ ਸਫਲ ਯਾਤਰਾ ਵਾਲੀ ਗੁਰ ਅਸੀਸ ਪ੍ਰਾਪਤ ਹੁੰਦੀ ਹੈ। ਇਸ ਗੁਰਮਤਿ ਮਾਰਗ ਤੇ ਚੱਲਣ ਵਾਲੇ ਸੁਭਾਗੇ ਗੁਰਸਿੱਖ ਦੀ ਮਹਿਮਾ ਕਥਨ ਕਹਿਣ ਤੋਂ ਬਾਹਰ ਹੈ। ਗੁਰਬਾਣੀ ਵਿੱਚ ਹੁਕਮੀ ਬੰਦੇ ਨੂੰ ਇਥੋਂ ਤੱਕ ਵਡਿਆਈ ਦਿੱਤੀ ਹੋਈ ਹੈ, ਤਿਸ ਗੁਰਸਿੱਖ ਕੋ ਹਉ ਸਦਾ ਨਮਸਕਾਰੀ, ਜੋ ਗੁਰ ਕੇ ਭਾਣੈ ਗੁਰਸਿੱਖ ਚੱਲਿਆ। ਸਤ ਦੇ ਧਾਰਨੀ ਸਤਪੁਰਸ਼ ਸ੍ਰਿਸ਼ਟੀ ਦਾ ਸ਼ਿੰਗਾਰ ਹੋਇਆ ਕਰਦੇ ਹਨ। ਉਹ ਅਜਿਹੇ ਪਾਰਜਾਤ ਰੁੱਖ ਸਮਾਨ ਹੁੰਦੇ ਹਨ, ਜਿਸ ਦੀ ਛਾਂ ਸੰਘਣੀ ਅਤੇ ਫਲ ਰਸਦਾਇਕ ਹੁੰਦੇ ਹਨ। ਉਹ ਇੱਕ ਚਲਦੀ ਫਿਰਦੀ ਮੋਬਾਈਲ ਯੂਨੀਵਰਸਿਟੀ ਹੁੰਦੇ ਹਨ, ਜਿਸ ਤੋਂ ਮਨੁੱਖ ਮਾਤਰ ਨੂੰ ਜੀਵਨ ਦੇ ਹਰੇਕ ਪੱਖ ਸੰਬੰਧੀ ਗਿਆਨ ਅਤੇ ਜੀਵਨ ਸੇਧ ਮਿਲਦੀ ਹੈ। ਸਤਪੁਰਸ਼ਾਂ ਨੇ ਗੁਰਬਾਣੀ ਦੇ ਸਮਗਰ ਗੁਰ ਹੁਕਮਾਂ ਦੀ ਕਮਾਈ ਕੀਤੀ ਹੁੰਦੀ ਹੈ। ਇਸ ਲਈ ਉਹਨਾਂ ਦਾ ਹਰੇਕ ਬਚਨ ਅਤੇ ਹਰੇਕ ਕਰਮ ਜਗਿਆਸੂਆਂ ਲਈ ਚਾਨਣ ਮੁਨਾਰੇ ਵਾਂਗ ਮਾਰਗ ਦਰਸ਼ਨ ਕਰਦਾ ਹੈ। ਕਰਤਾ ਪੁਰਖ ਕਰਤਾਰ ਬੇਸ਼ੱਕ ਅਦ੍ਰਿਸ਼ਟ ਹੈ, ਇਹਨਾਂ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ, ਪਰ ਉਸ ਅਦ੍ਰਿਸ਼ਟ ਨਾਲ ਅੰਤਰ ਆਤਮੇ ਜੁੜੇ ਹੋਏ ਸਤਪੁਰਸ਼ਾਂ ਵਿੱਚੋਂ ਉਸ ਦੇ ਨੂਰ ਦਾ ਜ਼ਹੂਰ ਹੁੰਦਾ ਹੈ। ਉਹਨਾਂ ਦੇ ਦਰਸ਼ਨਾਂ ਨਾਲ ਅੰਦਰ ਠੰਡ ਪੈਂਦੀ ਹੈ ਅਤੇ ਵਾਹਿਗੁਰੂ ਦੀ ਹੋਂਦ ਉੱਤੇ ਸਿਦਕ ਅਤੇ ਸ਼ਰਧਾ ਵੱਜਦੀ ਹੈ। ਇਸੇ ਲਈ ਸਾਡੇ ਪੁਰਖਿਆਂ ਬਾਬਾਣਿਆਂ ਨੇ ਸਾਨੂੰ ਇਸ ਮੰਗ ਨਾਲ ਜੋੜਿਆ ਹੈ, ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਨਾਮ ਰੰਗ ਰਤੀਆਂ ਗੁਰੂ ਵਰਸਾਈਆਂ ਪੰਥ ਪ੍ਰਸਿੱਧ ਗੁਰਮੁਖ ਹਸਤੀਆਂ ਵਿੱਚੋਂ ਅਜਿਹੀ ਵਿਕਸੀ ਹੋਈ ਸ਼ਖਸੀਅਤ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਹੋਏ ਹਨ। ਨਾਮ ਦੀ ਲਾਲੀ ਨਾਲ ਦਗਦਗ ਕਰਦਾ ਆਪ ਜੀ ਦਾ ਨੂਰਾਨੀ ਚਿਹਰਾ ਹਰ ਪਾਸੇ ਖੇੜਾ ਵੰਡਦਾ ਸੀ। ਆਪ ਦੇ ਤਬ ਤੇਜ ਦਾ ਸਦਕਾ ਇਹ ਬੀਆਬਾਨ ਥੇ ਰਾਮਪੁਰ ਖੇੜਾ ਹੋ ਨਿਬੜਿਆ। ਆਪ ਜੀ ਦੀ ਨਿਰਮਲ ਪ੍ਰੇਰਣਾ ਅਤੇ ਗੁਰਮਤਿ ਪ੍ਰਚਾਰ ਸਦਕਾ ਬੇਸ਼ੁਮਾਰ ਜੀਵ ਗੁਰਮਤਿ ਦੇ ਧਾਰਨੀ ਬਣੇ ਅਤੇ ਖੰਡੇ ਦਾ ਅੰਮ੍ਰਿਤ ਛਕ ਕੇ ਗੁਰੂ ਦੀ ਗੋਦ ਵਿੱਚ ਬੈਠਣ ਲਾਇਕ ਹੋਏ। ਬਾਬਾ ਜੀ ਗੁਰਸਿੱਖਾਂ ਨੂੰ ਪਿਤਾ ਸਤਿਗੁਰੂ ਦਾ ਪਰਿਵਾਰ ਜਾਣ ਕੇ ਸਾਰਿਆਂ ਦਾ ਪਿਆਰ ਸਤਿਕਾਰ ਕਰਿਆ ਕਰਦੇ ਸਨ। ਆਮ ਸੰਤ ਸਾਧ ਖਾਲਸਾ ਰਹਿਤ ਬਹਿਤ ਵੱਲੋਂ ਢਿੱਲੇ ਵਿਚਰਦੇ ਦੇਖੀਦੇ ਹਨ, ਪਰ ਬਾਬਾ ਜੀ ਖਾਲਸਾ ਰਹਿਤ ਬਹਿਤ ਵਿੱਚ ਪ੍ਰਪੱਕ ਸਨ। ਬਿਰਧ ਅਵਸਥਾ ਸਮੇਂ ਵੀ ਆਪ ਜੀ ਨੇ 1 ਫੁੱਟ ਦੀ ਕਿਰਪਾਨ ਗਾਤਰੇ ਸਜਾਈ ਰੱਖੀ। ਖਾਲਸਾ ਰਹਿਤ ਬਹਿਤ ਵਿੱਚ ਆਪ ਜੀ ਦੀ ਪ੍ਰਪੱਕਤਾ ਦਾ ਸਿੱਟਾ ਹੀ ਸੀ ਕਿ ਆਸੇ-ਪਾਸੇ ਦੇ ਸਾਰੇ ਇਲਾਕੇ ਵਿੱਚ ਕਿਰਪਾਨਧਾਰੀ ਅਤੇ ਰਹਿਤਵਾਨ ਗੁਰਸਿੱਖ ਵੱਡੀ ਗਿਣਤੀ ਵਿੱਚ ਸਜ ਗਏ। ਦਾਸ ਦਾ ਮੇਲ ਬਾਬਾ ਜੀ ਦੇ ਨਾਲ 1970 ਵਿੱਚ ਹੋਇਆ, ਜਦੋਂ ਦਾਸ ਤਲਵਾੜੇ ਸੀ। ਨਾਮ ਅਭਿਆਸ ਕਮਾਈ ਸਮਾਗਮਾਂ ਦੇ ਲਾਹੇ ਤਾਂ ਅਕਥਨੀਏ ਸਨ, ਪਰ ਆਪ ਦੇ ਗੁਰਮਤੀ ਜੀਵਨ ਦਾ ਪ੍ਰਭਾਵ ਵੀ ਬਹੁਤ ਡੂੰਘਾ ਪਿਆ। ਅੱਜ ਤੱਕ ਸੰਤ ਸਾਧ ਸੰਗਤ ਤੋਂ ਸੇਵਾ ਕਰਵਾਉਂਦੇ ਹੀ ਦੇਖੇ ਸਨ, ਪਰ ਜਦ ਬਿਰਧ ਸੰਤ ਬਾਬਾ ਜੀ ਨੂੰ ਲੰਗਰ ਵਿੱਚ ਸੰਗਤਾਂ ਦੀ ਸੇਵਾ ਵਿੱਚ ਜੁਟੇ ਹੋਏ ਦੇਖਿਆ ਤਾਂ ਮਨ ਖਿੜ ਗਿਆ। ਬਾਬਾ ਜੀ ਦੀ ਨਿਮਰਤਾ, ਮਿਠਾਸ ਅਤੇ ਸਮੂਹ ਗੁਰਸਿੱਖ ਪਰਿਵਾਰ ਨਾਲ ਅਪਣਤ ਦਾ ਹਰੇਕ ਮਨੁੱਖ ਉੱਤੇ ਜਾਦੂ ਅਸਰ ਸੀ। ਨਾਮ ਅਭਿਆਸ ਕਮਾਈ ਸਮਾਗਮਾਂ ਦੀ ਵਿਉਂਤ ਵੀ ਇਸੇ ਤਰ੍ਹਾਂ ਕੀਤੀ ਹੋਈ ਸੀ ਕਿ ਸਰੀਰ ਨੂੰ ਥਕੇਵਾਂ ਵੀ ਨਾ ਹੋਵੇ, ਪਰ ਕਿਸੇ ਨੂੰ ਵਾਧੂ ਗੱਪਾਂ ਮਾਰਨ ਲਈ ਵਿਹਲ ਵੀ ਨਾ ਮਿਲ ਸਕੇ। ਅੰਮ੍ਰਿਤ ਵੇਲੇ 2 ਵਜੇ ਤੋਂ ਲੈ ਕੇ ਰਾਤ ਨੂੰ ਬਿਰਾਜਣ ਸਮੇਂ ਤੱਕ ਥੋੜਾ ਵਕਫਾ ਦੇ ਕੇ ਨਾਮ ਬਾਣੀ ਦਾ ਪ੍ਰਵਾਹ ਚੱਲਦਾ ਰਹਿੰਦਾ ਸੀ। ਸਮਾਗਮ ਦਾ ਅਜਿਹਾ ਚਸਕਾ ਪਿਆ, ਫਿਰ ਹਰ ਸਾਲ ਸਮਾਗਮ ਆਰੰਭ ਹੁੰਦੇ ਹੀ ਪੁੱਜ ਜਾਣਾ ਤੇ ਸਾਰੇ ਸਮਾਗਮ ਦਾ ਲਾਹਾ ਲੈ ਕੇ ਹੀ ਮੁੜਨਾ। ਇਹ ਨੇਮ 3-4 ਸਾਲ ਗੁਰੂ ਕਿਰਪਾ ਨਾਲ ਨਿਭਦਾ ਰਿਹਾ। ਸੰਤ ਬਾਬਾ ਜੀ ਦੇ ਮਨ ਵਿੱਚ ਜਿੱਥੇ ਨਿੱਜੀ ਜੀਵਨ ਨੂੰ ਨਾਮ ਬਾਣੀ ਦੁਆਰਾ ਸਫਲ ਕਰਨ ਦਾ ਅਥਾਹ ਚਾਅ ਸੀ,
ਇਸ ਲਈ ਆਪ ਜੀ ਨੇ ਨਾਮ ਦੀ ਅਟੁੱਟ ਕਾਲ ਕਮਾਈ ਕੀਤੀ। ਉੱਥੇ ਪੰਥਕ ਸੇਵਾ ਦਾ ਜਜ਼ਬਾ ਵੀ ਅੰਦਰ ਠਾਠਾਂ ਮਾਰਦਾ ਸੀ। ਦਿਨ ਰਾਤ ਇੱਕੋ ਹੀ ਲਾਲਸਾ ਸੀ ਕਿ ਸਾਰਾ ਸਿੱਖ ਜਗਤ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਜਾਵੇ ਅਤੇ ਪੰਥ ਦੀ ਚੜ੍ਹਦੀ ਕਲਾ ਹੋਵੇ। ਇਸ ਮੰਤਵ ਪੂਰਤੀ ਲਈ ਜਿੱਥੇ ਵੀ ਕਥਾ ਕੀਰਤਨ ਦਾ ਸਮਾਗਮ ਰਚਦੇ ਉੱਥੇ ਅੰਮ੍ਰਿਤ ਸੰਚਾਰ ਵੀ ਨਾਲ ਜ਼ਰੂਰ ਕਰਦੇ। ਬੜੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਰਦੇ ਸਨ ਕਿ ਅੰਮ੍ਰਿਤ ਪਾਨ ਕੀਤੇ ਬਗੈਰ ਅਥਵਾ ਗੁਰੂ ਵਾਲੇ ਬਣੇ ਬਗੈਰ ਕਿਸੇ ਦੀ ਵੀ ਕਰਤਾ ਪੁਰਖ ਨਾਲ ਸਾਂਝ ਨਹੀਂ ਪੈ ਸਕਦੀ। ਆਸ-ਪਾਸ ਦੇ ਕਈ ਗੁਰਮੁਖ ਜੋ ਸਮਾਂ ਕੱਢਦੇ, ਉਹਨਾਂ ਨੂੰ ਹਰ ਰੋਜ਼ ਗੁਰਬਾਣੀ ਪਾਠ ਦੀ ਸੰਥਿਆ ਖੁਦ ਦਿਆ ਕਰਦੇ। ਪੰਥ ਦੀ ਚੜ੍ਹਦੀ ਕਲਾ ਲਈ ਆਪਣੇ ਨਿਤਨੇਮ ਤੋਂ ਇਲਾਵਾ ਬੇਨਤੀ ਚੌਪੀ ਦੇ ਪਾਠ ਨਿਤਾ ਪ੍ਰਤੀ ਕਰਦੇ ਹੁੰਦੇ ਸਨ ਅਤੇ ਅਜਿਹਾ ਕਰਨ ਲਈ ਨਿਕਟਵਰਤੀ ਗੁਰਸਿੱਖਾਂ ਨੂੰ ਵੀ ਪ੍ਰੇਰਨਾ ਦਿਆ ਕਰਦੇ ਸਨ। ਆਪ ਜੀ ਬਚਨ ਕਰਿਆ ਕਰਦੇ ਸਨ ਕਿ ਆਉਣ ਵਾਲਾ ਸਮਾਂ ਪੰਥ ਲਈ ਬੜਾ ਭਿਆਨਕ ਹੈ। ਆਪ ਜੀ ਨੇ ਪੰਥ ਦੀ ਚੜ੍ਹਦੀ ਕਲਾ ਲਈ ਆਪਣੇ ਡੇਰੇ ਵਿੱਚ ਰਹਿੰਦਿਆਂ 40-40 ਦਿਨ ਦਾ ਕਰੜਾ ਜਪ ਤਪ ਕਈ ਵਾਰ ਕੀਤਾ। ਇਸ ਸਮੇਂ ਕਿਸੇ ਨਾਲ ਬਚਨ ਵਿਲਾਸ ਵੀ ਨਹੀਂ ਕਰਿਆ ਕਰਦੇ ਸਨ, ਬਸ ਆਪਣੀ ਕੁਟੀਆ ਵਿੱਚ ਹੀ ਸਾਰਾ ਸਮਾਂ ਨਾਮ ਬਾਣੀ ਵਿੱਚ ਗੁੜੂੰਦ ਰਹਿਣਾ। ਇਸੇ ਪੰਥਕ ਜਜ਼ਬੇ ਅਧੀਨ ਹੀ ਆਪ ਵੱਡੀ ਸੰਖਿਆ ਵਿੱਚ ਨਿਕਟਵਰਤੀ ਗੁਰਸਿੱਖਾਂ ਨੂੰ ਲੈ ਕੇ ਪੰਥ ਵੱਲੋਂ ਆਰੰਭੇ ਧਰਮ ਯੁੱਧ ਮੋਰਚੇ ਵਿੱਚ ਸ਼ਾਮਲ ਹੋਏ। ਜਿੱਥੈ ਜਾਏ ਬਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ ਗੁਰਵਾਕ ਅਨੁਸਾਰ। ਜੇਲ੍ਹ ਨੂੰ ਵੀ ਨਾਮ ਬਾਣੀ ਦੇ ਨਿਰੰਤਰ ਪ੍ਰਵਾਹ ਨਾਲ ਧਰਮਸ਼ਾਲ ਜਾ ਬਣਵਾਇਆ। ਉਸ ਵੇਲੇ ਦਾ ਮੁੱਖ ਮੰਤਰੀ ਪੰਜਾਬ ਆਪ ਜੀ ਦਾ ਸ਼ਰਧਾਲੂ ਸੀ। ਉਸ ਨੇ ਮੋਰਚੇ ਵਿੱਚ ਸ਼ਾਮਲ ਹੋਣ ਤੋਂ ਆਪ ਜੀ ਨੂੰ ਬੜਾ ਰੋਕਿਆ, ਪਰ ਆਪ ਜੀ ਨੇ ਸਾਰੇ ਮੂੰਹ ਮੁਲਾਰੇ ਛੱਡ ਕੇ ਪੰਥਕ ਸੱਪ ਵਿੱਚ ਜਾ ਖੜੋਤੇ। ਪੰਥ ਪਿਆਰ ਤੋੜ ਨਿਭਾ ਗਏ, ਭਾਵੇਂ ਇਸ ਲਈ ਉਹਨਾਂ ਨੂੰ ਆਪਣੀ ਸਿਹਤ ਦੀ ਬਲੀ ਵੀ ਦੇਣੀ ਪਈ। ਗੁਰਬਾਣੀ ਦੇ ਮਹਾਵਾਕ ਕਿ ਹੋਣ ਨਜੀਕ ਖੁਦਾਏ ਦਾ ਭੇਦ ਨਾ ਕਿਸੈ ਦੇਨ ਆਪ ਜੀ ਉੱਤੇ ਪੂਰਾ ਢੁਕਦਾ ਸੀ। ਆਪਣੇ ਆਪ ਨੂੰ ਬੜਾ ਲੁਕਾ ਕੇ ਰੱਖਦੇ ਤੇ ਹਰੇਕ ਨੂੰ ਗੁਰੂ ਨਾਲ ਜੋੜਨ ਦਾ ਯਤਨ ਕਰਦੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਗੁਰਸਿੱਖ ਨਾਮ ਬਾਣੀ ਦੀ ਕਮਾਈ ਕਰਦੇ ਹਨ, ਰਿੱਧੀਆਂ ਸਿੱਧੀਆਂ ਉਹਨਾਂ ਦੀਆਂ ਸਦਾ ਪ੍ਰਕਰਮਾਂ ਕਰਦੀਆਂ ਰਹਿੰਦੀਆਂ ਹਨ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਪਰ ਗੁਰਸਿੱਖਾਂ ਦੀ ਵਡਿਆਈ ਇਸੇ ਵਿੱਚ ਹੁੰਦੀ ਹੈ ਕਿ ਉਹ ਰਿੱਧੀਆਂ ਸਿੱਧੀਆਂ ਵੱਲ ਰਤਾ ਵੀ ਧਿਆਨ ਨਹੀਂ ਕਰਦੇ। ਸੱਜੇ ਖੱਬੇ ਝਾਕਣ ਦੀ ਬਜਾਏ ਵਾਹੋ ਦਾਹੀ ਨਾਮ ਸਿਮਰਨ ਦੇ ਮਾਰਗ ਤੇ ਚੱਲਦੇ ਅਗਾਂਹ ਹੀ ਵਧੀ ਜਾਂਦੇ ਹਨ। ਰਿੱਧੀਆਂ ਸਿੱਧੀਆਂ ਦੇ ਹੋਸ਼ੇ ਚਸਕੇ ਨਾਮ ਰਸ ਦੇ ਮੁਤਲਾਸ਼ਿਆਂ ਨੂੰ ਭਰਮਾ ਨਹੀਂ ਸਕਦੇ। ਨਾਮ ਸਿਮਰਨ ਦੀ ਬਰਕਤ ਸਦਕਾ ਮਹਾਂਪੁਰਸ਼ਾਂ ਨੂੰ ਵਾਕ ਸਿੱਧੀ ਸੁਤੇ ਸਿੱਧੀ ਹੀ ਪ੍ਰਾਪਤ ਹੋ ਜਾਂਦੀ ਹੈ, ਪਰ ਉਹ ਇਸ ਨੂੰ ਆਪਣੀ ਵਡਿਆਈ ਲਈ ਬਿਲਕੁਲ ਨਹੀਂ ਵਰਤਦੇ। ਉਹਨਾਂ ਨੂੰ ਆਪਣੀ ਵਡਿਆਈ ਹਰਗਿਜ਼ ਨਹੀਂ ਪਾਉਂਦੀ, ਸਗੋਂ ਉਹ ਤਾਂ ਕਰਤਾ ਪੁਰਖ ਦੀ ਵਡਿਆਈ ਕਰਨ ਕਰਾਉਣ ਦੇ ਮੁਦਈ ਹੁੰਦੇ ਹਨ। ਹਾਂ, ਕਰਤਾ ਪੁਰਖ ਅਜਿਹੇ ਮਰਜੀਵੜੇ ਸੇਵਕਾਂ ਦੀ ਜੈ ਜੈਕਾਰ ਜ਼ਰੂਰ ਕਰਵਾ ਦਿੰਦਾ ਹੈ। ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਨਾਮ ਸਾਰੀਆਂ ਵਡਿਆਈਆਂ ਅਤੇ ਸਾਰੇ ਪਦਾਰਥਾਂ ਦੀ ਨਿਧੀ ਹੈ। ਨਾਮ ਤੋਂ ਜੋ ਮੰਗੀਏ ਮਿਲਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਐ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਨਾਮ ਸਿਮਰਨ ਆਤਮਾ ਦੀ ਖੁਰਾਕ ਹੈ, ਜਿਸ ਨਾਲ ਆਤਮਾ ਅਰੋਗ ਅਤੇ ਬਲਵਾਨ ਹੁੰਦੀ ਹੈ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀਅ ਕਾ ਇਹ ਆਧਾਰ। ਬਾਬਾ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਇਹ ਪੰਕਤੀ ਭੂਖੇ ਕੋ ਦੇਵਤ ਆਧਾਰ ਨੂੰ ਆਧਾਰ ਮੰਨ ਕੇ ਜ਼ਿੰਦਗੀ ਵਿੱਚ ਵਿਲੱਖਣ ਤਜਰਬਾ ਕੀਤਾ ਕਿ ਨਾਮ ਸਿਮਰਨ ਸਮੁੱਚੇ ਮਨੁੱਖੀ ਸਰੀਰ ਦੀ ਸੰਪੂਰਨ ਖੁਰਾਕ ਹੈ। ਪੂਰੇ 40 ਦਿਨ ਅੰਨ ਪਾਣੀ ਸੇਵਨ ਕੀਤੇ ਬਗੈਰ ਚੜ੍ਹਦੀ ਕਲਾ ਵਿੱਚ ਨਾਮ ਦੇ ਰੰਗਾਂ ਤਰੰਗਾਂ ਵਿੱਚ ਬਤੀਤ ਕੀਤੇ। ਇਸ ਪਦਾਰਥਵਾਦੀ ਯੁੱਗ ਵਿੱਚ ਕਿਸੇ ਨਾਸਤਕ ਬਿਰਤੀ ਵਾਲੇ ਮਨੁੱਖ ਨੂੰ ਭਾਵੇਂ ਇਹ ਅਨਹੋਣੀ ਗੱਲ ਲੱਗੇ, ਪਰ ਜਿਨ੍ਹਾਂ ਵਡਭਾਗੇ ਜੀਵਾਂ ਨੂੰ ਗੁਰਬਾਣੀ ਉੱਤੇ ਅਤੇ ਗੁਰਬਾਣੀ ਦੀ ਕਮਾਈ ਕਰਨ ਹਾਰਿਆਂ ਉੱਤੇ ਭਰੋਸਾ ਹੈ, ਉਹਨਾਂ ਲਈ ਇਹ ਕੋਈ ਅਚੰਭੇ ਵਾਲੀ ਗੱਲ ਨਹੀਂ। ਗੁਰਬਾਣੀ ਦਾ ਤ੍ਰੈਕਾਲੀ ਅਟਲ ਸੱਚ ਫਰਮਾਨ ਹੈ, ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਆ ਹਮ ਕੋ ਤ੍ਰਿਪਤ ਭਈ। ਜਿੱਥੇ ਨਾਮ ਤਨ ਮਨ ਲਈ ਤ੍ਰਿਪਤਾਸੀ ਭੋਜਨ ਹੈ, ਉੱਥੇ ਨਾਮ ਇੱਕ ਪਾਰਸ ਰਸਾਇਣੀ ਔਸ਼ਧੀ ਵੀ ਹੈ, ਜਿਸ ਨਾਲ ਮਨੁੱਖ ਦੀ ਆਤਮਾ ਵੀ ਅਤੇ ਕਾਇਆ ਵੀ ਕੰਚਨ ਵੰਨੀ ਹੋ ਜਾਂਦੀ ਹੈ। ਬਾਬਾ ਜੀ ਨੇ ਇਹ ਨਾਮ ਔਖਦ ਅਤੇ ਸੰਗਤ ਦੀ ਅਰਦਾਸ ਦੇ ਤੁਫੈਲ ਭਾਈ ਅਵਤਾਰ ਸਿੰਘ ਜੀ ਅਤੇ ਭਾਈ ਸ਼ੇਰ ਸਿੰਘ ਜੀ ਦਾ ਸਰੀਰਕ ਅਸਾਧ ਰੋਗ ਤੋਂ ਛੁਟਕਾਰਾ ਪਵਾਇਆ ਅਤੇ ਉਹ ਵੀ ਨਾਮ ਸਿਮਰਨ ਵਿੱਚ ਦੂਣ ਸਵਾਏ ਉਤਸ਼ਾਹ ਉਮਾ ਨਾਲ ਜੁਟ ਪਏ। ਜੇ ਕਿਸੇ ਨੇ ਉਪਰੋਕਤ ਸੱਜਣਾ ਦੀ ਅਰੋਗਤਾ ਨੂੰ ਬਾਬਾ ਜੀ ਨਾਲ ਜੋੜਨਾ ਚਾਹਿਆ ਤਾਂ ਆਪ ਜੀ ਨੇ ਗੁਰਮੁਖਾਂ ਵਾਲੀ ਹਲੀਮੀ ਅਤੇ ਨਿਮਰਤਾ ਨਾਲ ਯਥਾਰਥ ਗੁਰਮਤੀ ਸੇਧ ਦਿੰਦੇ ਹੋਏ ਬਚਨ ਕੀਤਾ ਕਿ ਭਾਈ ਰਾਜੀ ਤਾਂ ਸਤਿਗੁਰੂ ਜੀ ਨੇ ਕੀਤਾ ਹੈ, ਮੇਰੇ ਜਿੰਮੇ ਤਾਂ ਉਹਨਾਂ ਨੂੰ ਗੁਰਬਾਣੀ ਸੁਣਾਉਣ ਦੀ ਸੇਵਾ ਹੀ ਲੱਗੀ ਸੀ। ਇਸ ਸਬੰਧ ਵਿੱਚ ਇੱਕ ਹੋਰ ਨੁਕਤਾ ਧਿਆਨ ਦਿੱਤੇ ਜਾਣ ਯੋਗ ਹੈ। ਪੰਜਾਂ ਪਿਆਰਿਆਂ ਵੱਲੋਂ ਲੱਗੀ ਤਨਖਾਹ ਅਧੀਨ ਦੇ ਅਰੋਗਤਾ ਨਿਮਿਤ
ਗੁਰੂ ਦਰਬਾਰ ਵਿੱਚ ਝਾੜੂ ਦੇਣ ਸਦਕਾ ਭਾਈ ਸ਼ੇਰ ਸਿੰਘ ਹੋਰਾਂ ਦੇ ਸਰੀਰਕ ਰੋਗ ਨੂੰ ਕੁਝ ਠੱਲ ਪਈ। ਇਸ ਤੋਂ ਉਪਰੰਤ ਉਹਨਾਂ ਨੂੰ ਸਤਿਗੁਰਾਂ ਵੱਲੋਂ ਸੁਪਨੇ ਵਿੱਚ ਕਿਸੇ ਵਿਸ਼ੇਸ਼ ਹਕੀਮ ਪਾਸੋਂ ਦਵਾਈ ਲੈਣ ਦੀ ਪ੍ਰੇਰਣਾ ਹੋਈ। ਇਸ ਤਰ੍ਹਾਂ ਸਤਿਗੁਰਾਂ ਨੇ ਦਵਾਈ ਵਿੱਚ ਆਪਣੀ ਕਲਾ ਪ੍ਰਵੇਸ਼ ਕੀਤੀ ਅਤੇ ਉਹਨਾਂ ਦੇ ਰੋਗ ਦਾ ਪੂਰਨ ਤੌਰ ਤੇ ਨਿਵਾਰਨ ਕੀਤਾ। ਇਸ ਘਟਨਾ ਤੋਂ ਇਹ ਪ੍ਰੇਰਣਾ ਮਿਲਦੀ ਹੈ ਕਿ ਨਾਮ ਸਿਮਰਨ ਦੀ ਅਮੋਲਕ ਪੂੰਜੀ ਨੂੰ ਕੇਵਲ ਮਿੱਟੀ ਦੀ ਮਡੋਲੀ ਖਾਤਰ ਭੰਗ ਦੇ ਭਾੜੇ ਲੁਟਾਉਣ ਦੀ ਬਜਾਏ ਸਾਂਭ ਕੇ ਰੱਖਣਾ ਚਾਹੀਦਾ ਹੈ। ਨਿਰਸਨ ਦੇ ਨਾਮ ਦੀ ਕਮਾਈ ਕੀਤਿਆਂ ਅਥਵਾ ਗੁਰਮਤਿ ਦੇ ਦ੍ਰਿੜਾਏ ਸੰਜਮ ਵਿੱਚ ਰਹਿਆਂ ਆਦ ਵਿਆਦ ਉਪਾਦ ਤਿੰਨਾਂ ਹੀ ਕਿਸਮਾਂ ਦੇ ਰੋਗ ਨੇੜੇ ਨਹੀਂ ਆਉਂਦੇ। ਪਰ ਇਸ ਪੱਖੋਂ ਕਿਸੇ ਨਿੱਜੀ ਅਣਗਹਿਲੀ ਕਾਰਨ ਜਾਂ ਪੂਰਬਲੇ ਕਰਮਾਂ ਦੇ ਭੁਗਤਾਨ ਵਜੋਂ ਜੇ ਸਰੀਰ ਰੋਗੀ ਹੋ ਜਾਵੇ ਤਾਂ ਵਾਹਿਗੁਰੂ ਦੇ ਓਟ ਆਸਰੇ ਕਿਸੇ ਔਸ਼ਧੀ ਦੇ ਵਰਤ ਲੈਣ ਵਿੱਚ ਕੋਈ ਹਰਜ ਨਹੀਂ। ਪਰ ਇਹ ਸਚਾਈ ਸਦਾ ਯਾਦ ਰਹਿਣੀ ਚਾਹੀਦੀ ਹੈ ਕਿ ਦਵਾਈ ਨੇ ਉਦੋਂ ਹੀ ਕਾਰਗਰ ਹੋਣਾ ਹੈ ਜਦੋਂ ਵਾਹਿਗੁਰੂ ਜੀ ਵੱਲੋਂ ਸਿੱਧ ਹੋਈ ਗੁਰਵਾਕ ਔਖਦ ਆਏ ਰਾਸ ਵਿੱਚ ਆਪ ਖਲੋਇਆ ਅਨੁਸਾਰ ਕਲਾ ਵਰਤਣੀ ਹੈ। ਇੱਥੇ ਮੈਨੂੰ ਬਾਬਾ ਜੀ ਦੇ ਜੀਵਨ ਦੀ ਇੱਕ ਘਟਨਾ ਯਾਦ ਆਉਂਦੀ ਹੈ। ਜਦੋਂ ਜੀਵਨ ਦੇ ਅੰਤਲੇ ਪੜਾਅ ਸਮੇਂ ਆਪ ਵਰਿਆਮ ਸਿੰਘ ਨਰਸਿੰਗ ਹੋਮ ਅੰਮ੍ਰਿਤਸਰ ਵਿੱਚ ਇਲਾਜ ਲਈ ਦਾਖਲ ਸਨ, ਇੱਕ ਦਿਨ ਜਦੋਂ ਬਿਮਾਰੀ ਕਾਰਨ ਆਪ ਬਹੁਤੇ ਨਿਢਾਲ ਸਨ ਤਾਂ ਡਾਕਟਰ ਹਰਚਰਨ ਸਿੰਘ ਹੋਰਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਆਪ ਅੰਤਰ ਆਤਮੇ ਕਰਤਾ ਪੁਰਖ ਜੀ ਨਾਲ ਇੱਕ ਸੁਰ ਹੋ। ਆਪ ਉਹਨਾਂ ਪਾਸ ਕਿਉਂ ਬੇਨਤੀ ਨਹੀਂ ਕਰਦੇ ਕਿ ਉਹ ਆਪ ਨੂੰ ਅਰੋਗ ਕਰ ਦੇਣ? ਬਾਬਾ ਜੀ ਹੱਸ ਪਏ ਤੇ ਬਚਨ ਕੀਤਾ, ਡਾਕਟਰ ਸਾਹਿਬ, ਇਸ ਮਿੱਟੀ ਦੀ ਮਡੋਲੀ ਜਿਸ ਨੇ ਅੱਜ ਕੱਲ੍ਹ ਢਹਿ ਢੇਰੀ ਹੋ ਜਾਣਾ ਹੈ, ਇਸ ਦੀ ਖਾਤਰ ਮੰਗ ਮੰਗਣ ਦਾ ਕੀ ਲਾਭ ਹੈ? ਹੁਣ ਤਾਂ ਮੰਗ ਕੇਵਲ ਇੱਕੋ ਹੀ ਹੈ ਕਿ ਸਾਸ ਗਰਾਸ ਨਾਮ ਚਿਤ ਆਵੇ ਅਤੇ ਪ੍ਰਭੂ ਵਿੱਚ ਸਮਾਈ ਹੋ ਜਾਵੇ। ਬਾਬਾ ਜੀ ਨੂੰ ਜੋ ਵੀ ਪ੍ਰਾਪਤੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਏ ਗੁਰੂ ਹੁਕਮਾਂ ਦੀ ਕਮਾਈ ਤੋਂ ਹੋਈ। ਇਸ ਲਈ ਆਪ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਅਥਾਹ ਸੀ। ਕਿਸੇ ਵਿਸ਼ੇਸ਼ ਕੰਮ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਅਤੇ ਸਤਿਗੁਰਾਂ ਦੀ ਹੁਕਮਨਾਮੇ ਦੁਆਰਾ ਆਗਿਆ ਪ੍ਰਾਪਤ ਕਰਕੇ ਹੀ ਉਸ ਨੂੰ ਆਰੰਭ ਕਰਦੇ ਹੁੰਦੇ ਸਨ। ਜਦੋਂ ਵੀ ਕਿਸੇ ਪ੍ਰੇਮੀ ਨੇ ਕਿਧਰੇ ਜਾਣ ਲਈ ਸੱਦਾ ਦੇਣਾ, ਆਪ ਜੀ ਦਾ ਹਮੇਸ਼ਾ ਇਹ ਬਚਨ ਹੋਇਆ ਕਰਦਾ ਸੀ, ਗੁਰਮੁਖ ਜਨੋ, ਜੇਕਰ ਪਾਤਸ਼ਾਹ ਜੀ ਦੀ ਆਗਿਆ ਮਿਲੀ ਤਾਂ ਜ਼ਰੂਰ ਸੰਗਤਾਂ ਦੇ ਦਰਸ਼ਨ ਕਰਾਂਗੇ। ਸੋ ਅਰਦਾਸ ਕਰਨ ਮਗਰੋਂ ਜੋ ਸਤਿਗੁਰੂ ਜੀ ਨੇ ਹੁਕਮਨਾਮਾ ਬਖਸ਼ਣਾ, ਸੋ ਉਸ ਹੁਕਮਨਾਮੇ ਦੁਆਰਾ ਜੇ ਆਗਿਆ ਮਿਲ ਜਾਣੀ ਤਾਂ ਜਾਣ ਲਈ ਹਾਂ ਕਰ ਦੇਣੀ, ਨਹੀਂ ਤਾਂ ਖਿਮਾ ਮੰਗ ਲੈਣੀ। ਇੱਥੋਂ ਤੱਕ ਕਿ ਨਾਮ ਅਭਿਆਸ ਕਮਾਈ ਸਮਾਗਮ ਦੀਆਂ ਤਰੀਕਾਂ ਵੀ ਸਤਿਗੁਰਾਂ ਮੋਰੇ ਅਰਦਾਸ ਕਰਕੇ ਅਤੇ ਹੁਕਮਨਾਮੇ ਦੁਆਰਾ ਸੇਧ ਲੈ ਕੇ ਹੀ ਨਿਸ਼ਚਿਤ ਕਰਿਆ ਕਰਦੇ। ਇੰਜ ਆਪ ਜੀ ਨੇ ਆਪਣਾ ਆਪ ਪੂਰਨ ਤੌਰ ਤੇ ਸਤਿਗੁਰਾਂ ਨੂੰ ਸਮਰਪਣ ਕੀਤਾ ਹੋਇਆ ਸੀ। ਬਾਬਾ ਜੀ ਆਪਣੇ ਵਿਚਾਰਾਂ ਪ੍ਰਤੀ ਬੜੇ ਦ੍ਰਿੜ ਸਨ, ਪਰ ਇਸ ਦੇ ਬਾਵਜੂਦ ਉਹ ਹਰ ਕਿਸੇ ਦੇ ਵਿਚਾਰਾਂ ਦੀ ਪੂਰੀ ਕਦਰ ਕਰਿਆ ਕਰਦੇ ਸਨ। ਗੁਰਸਿੱਖੀ ਦੇ ਨਾਤੇ ਹਰ ਗੁਰਸਿੱਖ ਨਾਲ ਮੇਲ ਮਿਲਾਪ ਅਤੇ ਗੁਣਾਂ ਦੀ ਸਾਂਝ ਰੱਖਦੇ ਸਨ। ਇਸ ਸਬੰਧ ਵਿੱਚ ਉਹਨਾਂ ਦੇ ਜੀਵਨ ਦੀ ਇੱਕ ਮਿਸਾਲ ਗੁਰਸਿੱਖ ਪਰਿਵਾਰ ਨੂੰ ਬੜੀ ਨਰੋਈ ਸੇਧ ਦਿੰਦੀ ਹੈ। ਦਾਸ ਦੇ ਮਾਤਾ ਜੀ ਚੜ੍ਹਾਈ ਕਰ ਗਏ, ਉਹਨਾਂ ਦੇ ਨਿਮਿਤ ਸਹਿਜ ਪਾਠ ਪ੍ਰਾਰੰਭ ਕੀਤਾ ਗਿਆ। ਸਮੂਹ ਗੁਰਸਿੱਖ ਵੀਰਨਾਂ ਨੂੰ ਮਾਤਾ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜੇ ਗਏ। ਦਾਸ ਨੇ ਆਪਣੇ ਪਰਮ ਮਿੱਤਰ ਡਾਕਟਰ ਪ੍ਰੀਤਮ ਸਿੰਘ ਜੀ ਦਸੂਹੇ ਵਾਲਿਆਂ ਰਾਹੀਂ ਬਾਬਾ ਜੀ ਦੇ ਚਰਨਾਂ ਵਿੱਚ ਵੀ ਬੇਨਤੀ ਭੇਜੀ। ਡਾਕਟਰ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਉਹ ਬਾਬਾ ਜੀ ਦੇ ਨੋਟਿਸ ਵਿੱਚ ਇਹ ਗੱਲ ਸਪਸ਼ਟ ਰੂਪ ਵਿੱਚ ਲਿਆ ਦੇਣ ਕਿ ਸਹਿਜ ਪਾਠ ਦਾ ਭੋਗ ਮੁੰਦਾਵਣੀ ਉੱਤੇ ਹੀ ਪਾਇਆ ਜਾਣਾ ਹੈ। ਡਾਕਟਰ ਪ੍ਰੀਤਮ ਸਿੰਘ ਜੀ ਦੱਸਦੇ ਸਨ ਕਿ ਜਦੋਂ ਉਹਨਾਂ ਨੇ ਦਾਸ ਦਾ ਬੇਨਤੀ ਪੱਤਰ ਅਤੇ ਜ਼ਬਾਨੀ ਸੁਨੇਹਾ ਬਾਬਾ ਜੀ ਨੂੰ ਦਿੱਤਾ ਤਾਂ ਆਪ ਜੀ ਨੇ ਗੰਭੀਰਤਾ ਨਾਲ ਉੱਤਰ ਦਿੱਤਾ ਕਿ ਸਾਨੂੰ ਗੁਣਾਂ ਦੀ ਸਾਂਝ ਸਾਰੇ ਗੁਰਸਿੱਖ ਪਰਿਵਾਰ ਨਾਲ ਰੱਖਣੀ ਬਣਦੀ ਹੈ। ਬਾਬਾ ਜੀ ਮਾਤਾ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਅਤੇ ਇੰਜ ਦਾਸ ਨੂੰ ਨਿਵਾਜਿਆ। ਇਹ ਆਪ ਜੀ ਦੇ ਸਮਗਰ ਗੁਰਸਿੱਖ ਪਰਿਵਾਰ ਪ੍ਰਤੀ ਸਨੇਹ ਦੀ ਮਿਸਾਲ ਕਿ ਵਿਚਾਰਾਂ ਦੇ ਕਿਸੇ ਪੱਖੋਂ ਵਖਰੇਵਾਂ ਹੋਣ ਦੇ ਬਾਵਜੂਦ ਸਰਬੱਤ ਗੁਰਸਿੱਖ ਪਰਿਵਾਰ ਵਿੱਚ ਪਰਸਪਰ ਸਹਿਚਾਰ ਦੀ ਭਾਵਨਾ ਕਾਇਮ ਰਹਿਣੀ ਚਾਹੀਦੀ ਹੈ, ਕਿਉਂਕਿ ਬਾਬਾ ਜੀ ਦਾ ਆਪਣਾ ਦ੍ਰਿੜ ਨਿਸ਼ਚਾ ਸੀ ਕਿ ਇੱਕੋ ਓੰਕਾਰ ਤੋਂ ਲੈ ਕੇ 18-20 ਤੱਕ ਗੁਰਬਾਣੀ ਹੈ ਅਤੇ ਬਾਬਾ ਜੀ ਇੱਕੋ ਓੰਕਾਰ ਤੋਂ ਲੈ ਕੇ 18-20 ਤੱਕ ਪਾਠ ਕਰਕੇ ਹੀ ਭੋਗ ਪਾਇਆ ਕਰਦੇ ਸਨ। ਸੋ ਸਤਿਗੁਰੂ ਜੀ ਦੇ ਅਨੰਨ ਸਿੱਧਕੀ ਸੰਤ ਬਾਬਾ ਜੀ ਦੇ ਜੀਵਨ ਬਾਰੇ ਪੁਸਤਕ ਲਿਖਣ ਦਾ ਉਦਮ ਸ਼ਲਾਘਾਯੋਗ ਹੈ। ਪੁਸਤਕ ਲਿਖੇ ਜਾਣ ਦਾ ਪ੍ਰਯੋਜਨ ਕੇਵਲ ਇੱਕੋ ਹੈ ਕਿ ਗੁਰਮਤਿ ਦੇ ਗਾਡੀ ਰਾਹ ਤੇ ਚੱਲਦਿਆਂ ਗੁਰਸਿੱਖਾਂ ਨੂੰ ਗੁਰੂ ਪਾਤਸ਼ਾਹ ਜੀ ਵੱਲੋਂ ਜੋ ਬਰਕਤਾਂ ਅਤੇ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ, ਉਹਨਾਂ ਦਾ ਵਰਣਨ ਕਰਕੇ ਇਸ ਮਾਰਗ ਦੇ ਪਾਂਧਿਆਂ ਅੰਦਰ ਚਾਓ ਉਮਾਹ ਉਤਪੰਨ ਹੋ ਜਾਵੇ। ਇਸ ਪੁਸਤਕ ਵਿੱਚੋਂ ਵਡਿਆਈ ਪ੍ਰਗਟ ਹੁੰਦੀ ਹੈ ਵਾਹਿਗੁਰੂ ਜੀ ਦੀ, ਗੁਰੂ ਦੀ, ਨਾਮ ਦੀ ਅਤੇ ਇਸ ਦੇ ਨਾਲ ਹੀ ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਜੀ ਤੋਂ ਥਾਪੜਾ ਲੈ ਕੇ ਨਾਮ ਦੀ ਕਮਾਈ ਕੀਤੀ ਅਤੇ ਵਾਹਿਗੁਰੂ ਦੇ ਦਰ ਪ੍ਰਵਾਨ ਪਏ, ਉਹ ਵੀ ਸੁਤੇ ਸਿੱਧ ਹੀ ਵਡਿਆਈ ਦੇ ਪਾਤਰ ਹੋ ਨਿਬੜੇ ਹਨ। ਗੁਰਵਾਕ ਹੈ ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਦਾਸਨ ਦਾਸ ਜੋਗਿੰਦਰ ਸਿੰਘ ਤਲਵਾੜਾ, ਅੰਮ੍ਰਿਤਸਰ।
ते विरले संसार। आप लिए लड़ लाए दर दरवेश से, तिन धन जणेंदी माओ आए सफल से। ਜੋ ਗੁਰੂ ਪਿਆਰੇ ਗੁਰੂ ਹੁਕਮ ਨੂੰ ਵਜਾਉਣ ਲਈ ਸਮੇਂ-ਸਮੇਂ ਸੰਸਾਰ ਵਿੱਚ ਗੁਰੂ ਹੁਕਮ ਅਧੀਨ ਆ ਕੇ ਗੁਰੂ ਹੁਕਮ ਦੀ ਕਾਰ ਕਰ ਮੁੜ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ ਦੀ ਅਵਸਥਾ ਵਿੱਚ ਜਾ ਬਰਾਜਦੇ ਹਨ, ਐਸੇ ਮਹਾਂਪੁਰਖਾਂ ਦੀਆਂ ਜੀਵਨੀਆਂ ਅਧਿਆਤਮਕ ਪਾਂਧੀਆਂ ਲਈ ਆਪਣੀ ਮੰਜ਼ਲ ਤੇ ਪੁੱਜਣ ਵਾਸਤੇ ਚਾਨਣ ਮੁਨਾਰੇ ਦਾ ਕੰਮ ਦਿੰਦੀਆਂ ਹਨ। ਜਿੱਥੇ ਕਿਤੇ ਜਗਿਆਸੂ ਦਾ ਮਨ ਸੰਸਾਰ ਦੇ ਮਾਇਕੀ ਭਵਜਲ ਵਿੱਚ ਭਟਕਣ ਲਈ ਝੁਕਦਾ ਹੈ, ਉਸ ਸਮੇਂ ਮਹਾਂਪੁਰਖਾਂ ਦੇ ਬਚਨ ਅਤੇ ਉਹਨਾਂ ਦਾ ਜੀਵਨ ਨਮੂਨਾ ਉਸ ਜਗਿਆਸੂ ਨੂੰ ਗੁਰਮਤਿ ਗਾਡੀ ਰਸਤੇ ਦੀ ਸੇਧ ਪ੍ਰਦਾਨ ਕਰਦਾ ਹੈ। ਸੋ ਐਸੇ ਹੀ ਮਹਾਂਪੁਰਖ ਸਨ ਕਹਿਣੀ ਕਥਨੀ ਦੇ ਸੂਰੇ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ, ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਦੀ ਕਾਰ ਨੂੰ ਕੀਤਾ ਅਤੇ ਜਗਿਆਸੂਆਂ ਨੂੰ ਅਵਰੈ ਨਾਮ ਜਪਾਵੈ ਦੇ ਹੁਕਮ ਅਨੁਸਾਰ ਇਸ ਪਾਸੇ ਵੱਲ ਪ੍ਰੇਰ ਕੇ ਆਪਣੇ ਫਰਜ਼ ਦੀ ਪੂਰਤੀ ਕੀਤੀ। ਉਹਨਾਂ ਦੇ ਪੰਜ ਭੂਤਕ ਸਰੀਰ ਤਿਆਗਣ ਉਪਰੰਤ ਲੋੜ ਸੀ ਉਹਨਾਂ ਦੇ ਜੀਵਨ ਅਤੇ ਨਿੱਜੀ ਤਜਰਬੇ ਨੂੰ ਸੰਗਤਾਂ ਤੱਕ ਪਹੁੰਚਾਉਣ ਦੀ। ਸੋ ਇਸ ਉਦੇਸ਼ ਦੀ ਪੂਰਤੀ ਲਈ ਸੇਕ ਨਿਹਿਆ ਪੁਸਤਕ ਰਚੀ ਗਈ ਹੈ, ਜੋ ਕਿ ਗੁਰਮਤ ਪਾਂਧੀਆਂ ਲਈ ਬਹੁਤ ਲਾਭਦਾਇਕ ਸਿੱਧ ਹੋਵੇਗੀ। ਦਾਸ ਸੰਤ ਦੀਦਾਰ ਸਿੰਘ, ਡੇਰਾ ਸੰਤਗੜ੍ਹ, ਹਰਖੋਵਾਲ, ਜਲੰਧਰ। ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ। ਸਤਿਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਮੁੱਖ ਮਿਸ਼ਨ ਸੇਵਾ ਸਿਮਰਨ ਹੀ ਹੈ। ਗੁਰੂ ਕੀ ਬਾਣੀ ਦਾ ਫਰਮਾਨ ਹੈ, ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ, ਅਤੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸੇਵਾ ਸਿਮਰਨ ਦੇ ਸਰੂਪ ਤਤ ਬੇਤੇ ਸ਼ਾਂਤ ਸਰੂਪ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਗੁਰਸਿੱਖੀ ਦੇ ਦੋਵੇਂ ਪ੍ਰਮੁੱਖ ਅੰਗਾਂ ਸੇਵਾ ਅਤੇ ਸਿਮਰਨ ਨੂੰ ਪੂਰਨ ਤੌਰ ਤੇ ਆਪਣੇ ਜੀਵਨ ਵਿੱਚ ਦ੍ਰਿੜ ਕੀਤਾ। ਸੰਸਾਰ ਵਿੱਚ ਮਨੁੱਖਤਾ ਦੀ ਸੇਵਾ ਕਰਕੇ ਬੇਅੰਤ ਪਰ ਉਪਕਾਰ ਕੀਤੇ। ਸੇਵਾ ਸਿਮਰਨ ਦੁਆਰਾ ਆਪਣੀ ਆਤਮਾ ਨੂੰ ਪਵਿੱਤਰ ਕੀਤਾ ਅਤੇ ਬੇਅੰਤ ਲੋਕਾਈ ਨੂੰ ਇਸ ਰਸਤੇ ਉੱਪਰ ਤੋਰ ਕੇ ਸਤਿਗੁਰੂ ਜੀ ਦੇ ਹੁਕਮ ਦੀ ਪੂਰਨ ਕਮਾਈ ਕੀਤੀ। ਸੋ ਐਸੇ ਕਰਨੀ ਪ੍ਰਧਾਨ, ਪਰਉਪਕਾਰੀ ਅਤੇ ਸੇਵਾ ਸਿਮਰਨ ਦੇ ਸੁਮੇਲ ਭਰੇ ਜੀਵਨ ਨੂੰ ਸੰਗਤਾਂ ਸਾਹਮਣੇ ਲਿਆਉਣ ਦੀ ਅਤਿਅੰਤ ਲੋੜ ਸੀ। ਆਪਣੇ ਫਰਜ਼ ਨੂੰ ਪਛਾਣਦੇ ਹੋਏ ਉਹਨਾਂ ਦੇ ਉੱਤਰਾਧਿਕਾਰੀ ਸੰਤ ਬਾਬਾ ਸੇਵਾ ਸਿੰਘ ਜੀ ਨੇ ਮਹਾਂਪੁਰਖਾਂ ਦੇ ਜੀਵਨ ਸੇ ਕਨਿਆ ਨਾਮੀ ਗ੍ਰੰਥ ਵਿੱਚ ਸੰਗਤਾਂ ਦੀ ਭੇਟਾ ਕਰਕੇ ਵੱਡਾ ਪਰਉਪਕਾਰ ਕੀਤਾ ਹੈ। ਗੁਰੂ ਮਹਾਰਾਜ ਮਿਹਰ ਕਰਨ ਇਸ ਪਵਿੱਤਰ ਗੁਰਮੁਖ ਜੀਵਨ ਤੋਂ ਸੰਗਤਾਂ ਆਤਮਿਕ ਸੇਧ ਪ੍ਰਾਪਤ ਕਰਕੇ ਗੁਰੂ ਚਰਨਾਂ ਨਾਲ ਆਪਣੀ ਆਤਮਾ ਦੀ ਸਦੀਵੀ ਗੰਢ ਪਾ ਸਕਣ। ਗੁਰੂ ਪੰਥ ਦਾ ਦਾਸ ਮਹੰਤ ਤਾਰਾ ਸਿੰਘ ਸੇਵਾ ਪੰਥੀ, ਡੇਰਾ ਹਰੀ ਭਗਤਪੁਰਾ, ਮਿੱਠਾ ਟਿਵਾਣਾ, ਹੁਸ਼ਿਆਰਪੁਰ, ਪੰਜਾਬ। ਵਿਰਲੇ ਦਾਸ ਉਦਾਸਾ। ਸ੍ਰੇਸ਼ਟ ਪਰਉਪਕਾਰੀ ਆਤਮਾ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਨਾਮ ਜਪ ਦੁਆਰਾ ਉਸ ਪ੍ਰਭੂ ਵਿੱਚ ਸਮਾਈ ਹੋ ਚੁੱਕੀ ਸੀ ਅਤੇ ਇਸ ਪਰਉਪਕਾਰ ਦੀ ਮੂਰਤ ਨੇ ਸੰਸਾਰ ਵਿੱਚ ਵਿਚਰ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੱਤ ਨੂੰ ਸੰਪੂਰਨ ਰੂਪ ਵਿੱਚ ਆਪਣੇ ਜੀਵਨ ਦਾ ਆਧਾਰ ਬਣਾਇਆ ਅਤੇ ਸੰਸਾਰ ਵਿੱਚ ਪ੍ਰਚਾਰਿਆ। ਆਪ ਜੀ ਵੈਰਾਗ, ਪਿਆਰ, ਪਰਉਪਕਾਰ ਅਤੇ ਸੰਸਾਰ ਵਿੱਚ ਵਿਚਰਦੇ ਹੋਏ ਉਦਾਸੀਨਤਾ ਦੀ ਸਾਖਿਆਤ ਮੂਰਤ ਸਨ। ਆਪ ਜੀ ਦੇ ਜੀਵਨ ਵਿੱਚ ਮਾਣ ਜਾਂ ਹੰਕਾਰ ਦੀ ਰੱਤਾ ਵੀ ਲੇਸ ਨਹੀਂ ਸੀ। ਹਉਮੈ ਮਾਰ ਮਨਸਾ ਮਨੈ ਸਮਾਣੀ, ਗੁਰ ਕੈ ਸ਼ਬਦ ਪਛਾਤਾ। ਆਪ ਜੀ ਨੇ ਆਪਣਾ ਆਪਾ ਪੂਰਨ ਤੌਰ ਤੇ ਗੁਰੂ ਨੂੰ ਸਮਰਪਿਤ ਕਰ ਰੱਖਿਆ ਸੀ। ਪ੍ਰਭੂ ਵਿੱਚ ਲੀਨਤਾ ਪ੍ਰਾਪਤ ਕਰਨ ਲਈ ਜਗਿਆਸੂ ਨੂੰ ਐਸੇ ਆਤਮਦਰਸ਼ੀ ਬ੍ਰਹਮਵੇਤੇ ਮਹਾਨ ਪੁਰਖਾਂ ਦੇ ਜੀਵਨ ਨੂੰ ਪੜਚੋਲ ਕੇ ਰਾਹ ਲੱਭਣ ਦੀ ਲੋੜ ਹੁੰਦੀ ਹੈ। ਇਸ ਮੰਤਵ ਦੀ ਪੂਰਤੀ ਲਈ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਜੀਵਨੀ ਨੂੰ ਵਿਸਥਾਰ ਸਾਹਿਤ ਸੰਗਤਾਂ ਦੀ ਭੇਟਾ ਮਹਾਂਪੁਰਖਾਂ ਦੇ ਉੱਤਰਾਧਿਕਾਰੀ ਸੰਤ ਸੇਵਾ ਸਿੰਘ ਜੀ ਨੇ ਕਰਨ ਦਾ ਸ੍ਰੇਸ਼ਟ ਉਦਮ ਕੀਤਾ ਹੈ। ਆਸ ਹੈ ਕਿ ਪ੍ਰੇਮੀ ਜਨ ਇਸ ਗ੍ਰੰਥ ਤੋਂ ਪੂਰਨ ਲਾਹਾ ਪ੍ਰਾਪਤ ਕਰਨਗੇ। ਦਾਸ ਮਹੰਤ ਰਮਿੰਦਰ ਦਾਸ, ਉਪ ਪ੍ਰਧਾਨ ਉਦਾਸੀਨ ਦੁਆਬਾ ਮੰਡਲ, ਡੇਰਾ ਬਾਬਾ ਚਰਨ ਸ਼ਾਹ, ਬਹਾਦਰਪੁਰ, ਹੁਸ਼ਿਆਰਪੁਰ। ਪੂਰਨ ਪੁਰਖ ਨਹੀਂ ਡੋਲਾਨੇ। ਸੇਕ ਨਿਹਿਆ 20ਵੀਂ ਸਦੀ ਦੇ ਮਹਾਨ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਬਹੁਤ ਹੀ ਮਾਸੂਮ ਅਤੇ ਨਿਰਸ਼ਲ ਸ਼ੈਲੀ ਵਿੱਚ ਲਿਖੀ ਇੱਕ ਐਸੀ ਜੀਵਨ ਗਾਥਾ ਹੈ ਜਿਸ ਦੇ ਹਰ ਲਫ਼ਜ਼ ਵਿੱਚੋਂ ਸਿਦਕ ਦਾ ਕੁਦਰਤੀ ਜਲਵਾ ਨਜ਼ਰ ਪੈਂਦਾ ਹੈ। ਸੰਤ ਜੀ ਨੇ ਨਿਰੰਤਰ ਸਿਮਰਨ, ਇਨਸਾਨੀ ਮੁਹੱਬਤ, ਰਚਨਾਤਮਕ ਸੇਵਾ ਅਤੇ ਪੰਥਕ ਜ਼ਿੰਦਗੀ ਨਾਲ ਪਾਵਨ ਇਕਸੁਰਤਾ ਹਾਸਲ ਕਰਕੇ ਗੁਰੂ ਲਿਵ ਦੇ ਉਸ ਉੱਚੇ ਰੁਤਬੇ ਤੱਕ ਪਹੁੰਚ ਕੀਤੀ ਜਿਹੜਾ ਕਿਸੇ ਵਿਰਲੇ ਸਿੰਘ ਨੂੰ ਹੀ ਨਸੀਬ ਹੁੰਦਾ ਹੈ। ਸੰਤ ਮਹਾਰਾਜ ਦੇ ਮਹਾਨ ਸੇਵਕ ਸੰਤ ਸੇਵਾ ਸਿੰਘ ਜੀ ਨੇ ਆਪਣੇ ਮਨ ਨੂੰ ਗੁਰਬਾਣੀ ਦੇ ਨਿਰਮਲ ਅਤੇ ਸੰਗੀਤਮਈ ਵਾਤਾਵਰਣ ਵਿੱਚ ਅਡੋਲ ਸਥਾਪਿਤ ਕਰਦਿਆਂ ਹੋਇਆਂ ਇਸ ਅਨੂਪਮ ਰਚਨਾ ਨੂੰ ਸਿਰਜਿਆ ਹੈ। ਇਸ ਦੇ ਬਿਆਨ ਵਿੱਚ ਸਹਿਜ ਅਤੇ ਸਾਦਗੀ ਦੇ ਗੁਣ ਇਸ ਹੱਦ ਤੱਕ ਪ੍ਰਵੇਸ਼ ਕਰ ਗਏ ਹਨ ਕਿ ਸੱਚ ਆਪਣੀ ਗਵਾਹੀ ਆਪ ਬਣ ਗਿਆ ਹੈ। ਸੰਤ ਬਾਬਾ ਹਰਨਾਮ ਸਿੰਘ ਜੀ ਦੇ ਗੁਰਮੁਖ ਜੀਵਨ ਨੂੰ
ਦਾਸ ਨੇ ਅਤ ਨੇੜੇ ਤੋਂ ਵੇਖਿਆ ਹੈ। ਉਹਨਾਂ ਨੇ ਅਸਲੀ ਅਰਥਾਂ ਵਿੱਚ ਮਨ ਨੂੰ ਜਿੱਤਿਆ ਸੀ ਅਤੇ ਜ਼ਿੰਦਗੀ ਦੇ ਹਰ ਅਮਲ, ਹਰ ਛਿਣ ਅਤੇ ਹਰ ਸਪਰਸ਼ ਤੋਂ ਦਵੈਤ ਦੀ ਮਲੀਨ ਬਨਾਵਟ ਨੂੰ ਆਪਣੇ ਆਖਰੀ ਸਵਾਸ ਲੈਣ ਤੱਕ ਦੂਰ ਰੱਖਿਆ। ਸੇਖ ਕਨ੍ਹੱਈਆ ਦੇ ਮਧੁਰ ਸਾਦਗੀ ਵਿੱਚ ਬਿਆਨ ਕੀਤੇ ਜੀਵਨ ਦ੍ਰਿਸ਼ ਫਜ਼ਰ ਦੀ ਲਟਕੰਦੜੀ ਪਾਉਣ ਵਾਂਗ ਰੂਹਾਨੀ ਸੁਆਦ ਨਾਲ ਭਰਪੂਰ ਹਨ ਅਤੇ ਗੁਰਬਾਣੀ ਦੇ ਗਹਿਰ ਗੰਭੀਰ ਰਹੱਸਾਂ ਦੀ ਇੱਕ ਉੱਜਲ ਤਸਵੀਰ ਖਾਲਸਾ ਪੰਥ ਦੇ ਸਾਹਮਣੇ ਲਿਆਉਂਦੇ ਹਨ। ਸੰਤ ਲੇਖਕ ਨੇ ਹਰ ਕਿਸਮ ਦੀ ਖੁਦੀ ਤੋਂ ਉੱਪਰ ਉੱਠ ਕੇ ਅਤੇ ਇਨਸਾਨੀ ਜੀਵਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਮਰ ਯੋਗਦਾਨ ਨੂੰ ਸਮਝ ਕੇ ਹੀ ਇਸ ਜੀਵਨ ਗਾਥਾ ਦਾ ਨਿਰਮਾਣ ਕੀਤਾ ਹੈ। 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਨੇ ਮਸਤੂਆਣਾ ਜ਼ਿਲ੍ਹਾ ਸੰਗਰੂਰ ਵਿੱਚ ਆਪਣੀ ਦੈਵੀ ਜੋਤ ਜਗਾ ਕੇ ਮਾਲਵੇ ਦੀ ਰੋਗ ਗ੍ਰਸੀ ਸਿੱਖੀ ਨੂੰ ਇੱਕ ਵਾਰ ਮੁੜ ਸਰਸਬਜ਼ ਕਰ ਦਿੱਤਾ ਸੀ। ਇਸੇ ਤਰ੍ਹਾਂ ਗੁਰਦੁਆਰਾ ਰਾਮਪੁਰ ਖੇੜਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਆਪਣੇ ਭਗਤੀ ਗਿਆਨ ਅਤੇ ਸਿੱਖੀ ਜੀਵਨ ਦੇ ਚਾਨਣ ਕੇਂਦਰ ਬਣਾ ਕੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਦੇਸ ਦੁਆਬੇ ਨੂੰ ਕਲਗੀਆਂ ਵਾਲੇ ਦੀ ਅਸੀਸ ਦੀ ਕੋਈ ਇਲਾਹੀ ਸ਼ੋਅ ਦਿੱਤੀ ਹੈ। ਸੰਤ ਬਾਬਾ ਅਤਰ ਸਿੰਘ ਜੀ ਦੇ ਮਹਾਨ ਸਿੱਖ ਆਦਰਸ਼ਾਂ ਦੀ ਗਵਾਹੀ ਦੇਣ ਲਈ ਉਹਨਾਂ ਦੇ ਵਿਦਵਾਨ ਅਤੇ ਅਨੁਭਵੀ ਪੈਰੋਕਾਰ ਸੰਤ ਤੇਜਾ ਸਿੰਘ ਜੀ MA ਮੈਦਾਨ ਵਿੱਚ ਨਿਤਰੇ ਅਤੇ ਸੰਤਾਂ ਦੇ ਜੀਵਨ ਪ੍ਰਕਾਸ਼ ਨੂੰ ਇੱਕ ਸੁੰਦਰ ਗ੍ਰੰਥ ਵਿੱਚ ਢਾਲਿਆ। ਖਾਲਸਾ ਪੰਥ ਦੀ ਇਹ ਖੁਸ਼ਕਿਸਮਤੀ ਹੀ ਸਮਝੋ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਸਿੱਖੀ ਲੇਵ ਨਾਲ ਰੰਗੇ ਹੋਏ ਪਾਵਨ ਅਮਲਾਂ ਦੀ ਸੱਚੀ, ਨਿਰਉਚੇਚ ਅਤੇ ਕੁਦਰਤੀ ਗਵਾਹੀ ਦੇਣ ਲਈ ਸੰਤ ਸੇਵਾ ਸਿੰਘ ਜੀ ਸਾਡੇ ਦਰਮਿਆਨ ਅੱਜ ਮੌਜੂਦ ਹਨ। ਸੇਖ ਕਨ੍ਹੱਈਆ ਵਿੱਚ ਸੱਚਖੰਡ ਵਾਸੀ ਸੰਤ ਜੀ ਦੇ ਬਹੁਤ ਸਾਰੇ ਵਾਸਤਵਿਕ ਅਤੇ ਨਿਰਸੁਆਰਥ ਚਮਤਕਾਰ ਮੈਂ ਕੁਝ ਸਮਾਂ ਪਹਿਲਾਂ ਸ਼ਰਧਾਈ ਸਮਾਧੀ ਵਿੱਚ ਬੈਠ ਕੇ ਪੜ੍ਹੇ ਸਨ। ਮੇਰਾ ਇਹ ਸਿਦਕ ਹੈ ਕਿ ਸੰਤਾਂ ਦੇ ਮਹਾਨ ਜੀਵਨ ਦੀ ਕੋਮਲਤਾ ਅਤੇ ਪੰਥ ਦੇ ਸਦੀਵੀ ਆਦਰਸ਼ਾਂ ਪ੍ਰਤੀ ਨਿਰਵਿਘਨ ਵਫਾਦਾਰੀ ਇਹਨਾਂ ਬੇਰਹਿਮ ਸਮਿਆਂ ਥਾਣੀ ਗੁਜ਼ਰ ਰਹੀ ਸਾਡੀ ਘਾਇਲ ਕੌਮ ਨੂੰ ਵੱਡਾ ਧਰਵਾਸ ਦੇਵੇਗੀ। ਸੰਤ ਬਾਬਾ ਹਰਨਾਮ ਸਿੰਘ ਜੀ ਦੇ ਆਖਰੀ ਜੀਵਨ ਸਫ਼ਰ ਤੋਂ ਸਿਰਫ 2.5 ਮਹੀਨੇ ਪਹਿਲਾਂ 18 ਅਕਤੂਬਰ 1982 ਨੂੰ ਮੈਂ ਬਾਬਾ ਜੀ ਦੇ ਉਸ ਇਲਾਹੀ ਚੜ੍ਹਤਲ ਵਾਲੇ ਜਲਾਲ ਨੂੰ ਇਹਨਾਂ ਅੱਖਾਂ ਨਾਲ ਖੁਦ ਤੱਕਿਆ ਸੀ, ਜਿਸ ਦੇ ਦਰਸ਼ਨ ਕਰਨ ਪਿੱਛੋਂ ਮੈਨੂੰ ਸ਼ਹੀਦਾਂ ਦੇ ਸਿਰਤਾਜ ਦੀ ਇਲਾਹੀ ਰਮਜ਼ ਦੇ ਅਨੁਸਾਰ ਹੀ ਸ੍ਰੀ ਸੁਖਮਨੀ ਸਾਹਿਬ ਦੀ ਇਸ ਤੁਕ ਦਾ ਪੂਰਨ ਅਨੁਭਵ ਹੋ ਗਿਆ ਕਿ ਪੂਰਨ ਪੁਰਖ ਨਹੀਂ ਡੋਲਾਨੇ। ਸੰਤ ਸੇਵਾ ਸਿੰਘ ਜੀ ਨੇ ਬਾਬਾ ਜੀ ਦੀ ਇਸ ਅਦੁੱਤੀ ਚੜ੍ਹਤਲ ਦਾ ਜ਼ਿਕਰ ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀ ਸਿਰਲੇਖ ਹੇਠ ਆਪਣੇ ਨਿਆਰੇ ਰੰਗ ਵਿੱਚ ਕੀਤਾ ਹੈ। ਸੰਤਾਂ ਨੇ ਧਰਮ ਯੁੱਧ ਮੋਰਚੇ ਵਿੱਚ ਗ੍ਰਿਫਤਾਰੀ ਕਿਸੇ ਰਸਮ ਅਧੀਨ ਨਹੀਂ ਸੀ ਦਿੱਤੀ। ਉਹਨਾਂ ਦੀ ਚੜ੍ਹਤਲ ਹਰ ਕਿਸਮ ਦੀ ਮਸਨੂਈ ਰਾਜਨੀਤਿਕ ਅੰਦਾਜ਼ ਤੋਂ ਪੂਰਨ ਰੂਪ ਵਿੱਚ ਅਭਿੱਜ ਸੀ। ਉਹਨਾਂ ਦਾ ਸਰੀਰ ਬਹੁਤ ਕਮਜ਼ੋਰ ਸੀ, ਪਰ ਉਹ ਆਪਣੀ ਕਾਰ ਵਿੱਚ ਐਸੇ ਨਿਰਭੈ ਅਤੇ ਵਿਸਮਾਦਜਨਕ ਅੰਦਾਜ਼ ਵਿੱਚ ਬੈਠੇ ਸਨ, ਜਿਸ ਦੇ ਪਿਛੋਕੜ ਵਿੱਚ ਸਿੱਖ ਇਤਿਹਾਸ ਦੇ ਸ਼ਹੀਦਾਂ ਦੀਆਂ ਲੰਮੀਆਂ ਦਾਸਤਾਨਾਂ ਸਨ। ਉਹ ਕਿਸੇ ਮਾਸੂਮ ਸਹਿਜ ਵਿੱਚ ਅਡੋਲ ਬੈਠੇ ਸਨ। ਉਸ ਛਿਣ ਨੇ ਉਹਨਾਂ ਦੀ ਸਾਰੀ ਜ਼ਿੰਦਗੀ ਨੂੰ ਹੀ ਇੱਕ ਰਮਣੀਕ ਲੰਮੀ ਕਵਿਤਾ ਵਿੱਚ ਤਬਦੀਲ ਕਰ ਦਿੱਤਾ ਸੀ। ਉਹਨਾਂ ਦਾ ਆਨੰਦਮਈ ਚਿਹਰਾ ਇਹ ਪੈਗਾਮ ਦੇ ਰਿਹਾ ਸੀ ਕਿ ਧਰਤੀ ਉੱਤੇ ਕੋਈ ਵੀ ਦੁਰਜਨ ਖਾਲਸਾ ਪੰਥ ਦੀ ਹਸਤੀ ਨੂੰ ਮਿਟਾ ਨਹੀਂ ਸਕੇਗਾ। ਉਹਨਾਂ ਦਾ ਇਹ ਸਫ਼ਰ ਅਸਲ ਵਿੱਚ ਇੱਕ ਸ਼ਹਾਦਤ ਹੀ ਸੀ, ਜਿਹੜੀ 4 ਜਨਵਰੀ 1983 ਨੂੰ ਪੂਰਨਤਾ ਦੇ ਰੁਤਬੇ ਤੱਕ ਪਹੁੰਚੀ। ਸੰਤ ਸੇਵਾ ਸਿੰਘ ਜੀ ਨੇ ਆਪਣੇ ਰੂਹਾਨੀ ਰਹਿਬਰ ਦੀ ਜ਼ਿੰਦਗੀ ਨੂੰ ਚਿਤਰਦਿਆਂ ਹੋਇਆ ਖਾਲਸਾ ਅਮਲ ਨੂੰ ਉਸ ਦੀ ਸੂਖਮ ਤਹਿਾਂ ਤੱਕ ਰੂਪਮਾਨ ਕੀਤਾ ਹੈ। ਵਡਭਾਗੇ ਸਿੰਘ ਇਸ ਨੂੰ ਪੜ੍ਹ ਕੇ ਕਲਗੀਆਂ ਵਾਲੇ ਦੇ ਦੱਸੇ ਰਾਹ ਉੱਤੇ ਤੁਰ ਸਕਣਗੇ। ਦਾਸ ਹਰਿੰਦਰ ਸਿੰਘ ਮਹਿਬੂਬ, ਪ੍ਰੋਫੈਸਰ, ਖਾਲਸਾ ਕਾਲਜ ਗੜ੍ਹਦੀਵਾਲਾ, ਹੁਸ਼ਿਆਰਪੁਰ।